लेटेस्ट न्यूज़ सब तो पहला अपने फोन ते देखने ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਕੇਂਦਰ ਦੇ ਅਧਿਕਾਰੀਆਂ ਤੇ ਕੇਂਦਰ ਦੇ ਮੰਤਰੀਆਂ ਦੇ ਨਾਲ ਅੱਜ ਕਿਸਾਨਾਂ ਦੀ ਚੌਥੀ ਬੈਠਕ ਹੋਣ ਜਾ ਰਹੀ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਬਾਹਰ ਅਸੀਂ ਖੜੇ ਹੋਏ ਹਾਂ। ਇਹ ਲਾਈਵ ਤਸਵੀਰਾਂ ਤੁਸੀਂ ਦਿੱਲੀ ਦੇ ਵਿਗਿਆਨ ਭਵਨ ਦੀਆਂ ਬਾਹਰੋਂ ਦੇਖ ਰਹੇ ਹੋ। लगभग 40 किसान जथेबंदियां दे आगू इत्थे पुजे हुए ने ते मीटिंग नूं बहुत ही अहम मन्निया जा रहा है, क्योंकि किसानां ने आख्या है कि अज असी केंद्र सरकार नूं आखिरी मौका देने कि वो इन्हां खेती कानूनां नूं रद्द कर देवे, नहीं तो यह संघर्ष होर तिखा किया जाएगा। बीते दिन ही संघर्ष होर तिखा करने का ऐलान भी कर दिता गया सी। जथेबंदियां दे वल्लों 5 दसंबर नूं प्रधानमंत्री ते कारपोरेट घराणिਆਂ ਦੇ पुतले फूके जाणगे, उस तो बाद ਜਿਹੜੇ 7 दसंबर नूं अवार्ड वापस किए जाणगे। ते ਅੱਜ खास गल ये भी हैगी है कि चौथी बैठक होने जा रही है। पहला 3 बैठक बेस्ट आ रही ने, इस करके पंजाब के मुख्य मंत्री कैप्टन अमरिंदर सिंह की भी अज 12 बजे गृह मंत्री अमित शाह के नाल बैठक हैगी है। मतलब कि जे अमित शाह उधर बैठे हुए होंगे तो इस बैठक के शायद शामिल ना होण, पर यह हाले कन्फर्म नहीं हैगा। तो पर इस बैठक के अमित शाह शामिल नहीं होंगे तो डिसीजन कौन लूगा। किसान आगुओं के नाल गलबात लवांगे। सर, किस तरह की तैयारी है तुहाडी, की सोच के आए हो? ਅਸੀਂ ਸੋਚ ਕੇ ਆਏ ਹਾਂ, ਕਿਉਂਕਿ ਉਹ ਪਰਸੋਂ ਵਾਲੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਸੀਗੇ। ਉਹਦੇ 'ਚ ਵੀ ਚਰਚਾ ਕਰਨ ਦੀ ਉਹਨਾਂ ਦੀ ਸੀਗੀ ਵੀ ਛੋਟੀ ਕਮੇਟੀ ਬਣਾਓ, ਆਪਾਂ ਚਰਚਾ ਕਰਾਂਗੇ ਚੰਗਾ ਮਾੜਾ ਕੀ ਹੈ। ਅਸੀਂ ਕਿਸੇ ਵੀ ਚਰਚਾ 'ਚ ਸ਼ਾਮਲ ਨਹੀਂ ਹੋਣ ਲਈ ਆਏ। ਜੇ ਅੰਦਰ ਚਰਚਾ ਚੱਲੂਗੀ ਅਸੀਂ ਚਰਚਾ ਦਾ ਬਾਈਕਾਟ ਕਰਾਂਗੇ, ਉਹਦੇ 'ਚ ਭਾਗ ਨਹੀਂ ਲਵਾਂਗੇ। ਕਿਉਂਕਿ ਸਾਡਾ ਮਸਲਾ ਹੈਗਾ ਕਿ ਸਾਰੇ ਤਿੰਨੇ ਖੇਤੀ ਕਾਨੂੰਨ ਹੈ, ਬਿਜਲੀ ਬਿੱਲ ਹੈ, ਪਰਾਲੀ ਵਾਲਾ ਮਾਮਲਾ ਹੈਗਾ, ਸਾਰੇ ਰੱਦ ਹੋਣੇ ਚਾਹੀਦੇ ਆ। ਜੇ ਰੱਦ ਨਹੀਂ ਕਰਦੇ ਵਿੱਚ ਵਿਚਾਲੇ ਵਾਲੇ ਤੇ ਸਾਡੇ ਕਿਸੇ ਤੇ ਕੋਈ ਸਹਿਮਤੀ ਨਹੀਂ, ਕਿਉਂਕਿ ਇਕੱਲਾ ਪੰਜਾਬ ਦਾ ਨਹੀਂ। ਮੇਰਾ ਨਾਮ ਝੰਡਾ ਸਿੰਘ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦਾ ਸੂਬੇ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ। ਤੁਸੀਂ ਗੱਲ ਆਖ ਰਹੇ ਹੋ ਕਿ ਜੇ ਅੰਦਰ ਚਰਚਾ ਕਰਨਗੇ ਤਾਂ ਅਸੀਂ ਬਾਈਕਾਟ ਕਰਕੇ ਬਾਹਰ ਆ ਜਾਵਾਂਗੇ। ਬਾਹਰ ਨਹੀਂ ਆਵਾਂਗੇ, ਅਸੀਂ ਅੰਦਰ ਹੀ ਰਹਾਂਗੇ, ਪਰ ਚਰਚਾ 'ਚ ਭਾਗ ਨਹੀਂ ਲਵਾਂਗੇ। ਚਰਚਾ ਦੇ ਵਿੱਚ ਹਿੱਸਾ ਤੁਸੀਂ ਨਹੀਂ ਲਓਗੇ। ਤੁਸੀਂ ਇਸ ਮੰਗ ਤੇ ਅੜੇ ਹੋ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਪਰ ਜੇ ਕੋਈ ਵਿੱਚ ਦਾ ਤੁਹਾਨੂੰ ਰਾਹ ਹਾਲੇ ਵੀ ਨਜ਼ਰ ਆਉਂਦਾ ਹੈ? ਬਿਲਕੁਲ ਨਹੀਂ, ਅਸੀਂ ਵਿੱਚ ਦੇ ਰਾਹ ਦੇ ਕਿਸੇ ਤੇ ਵੀ ਸਹਿਮਤ ਹੁੰਦੇ, ਜੋ ਮਰਜ਼ੀ ਵਿੱਚ ਦੇ ਰਾਹ ਦੇ। ਕਿਵੇਂ ਨੇਪਰੇ ਚੜੇਗੀ ਜੇ ਸਰਕਾਰ ਵੀ ਅੜੀ ਰਹੀ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਤੁਸੀਂ ਕਹੋਗੇ ਰੱਦ ਕਰਵਾਉਣੇ ਆ, ਤੇ ਮਸਲਾ ਕਿਵੇਂ ਹੱਲ ਹੋਏਗਾ? ਸਰਕਾਰ ਕੋਲੇ ਦੋ ਰਾਹ ਹੈ। ਇੱਕ ਰਾਹ ਹੈ ਕਿ ਸਾਡੇ ਜਿਹੜੇ ਅਸੀਂ ਸਾਰੇ ਕਾਨੂੰਨ ਇਹ ਰੱਦ ਕਰਾਉਣੇ ਉਹਨੂੰ ਰੱਦ ਕਰ ਦੇ। ਦੂਜਾ ਉਹਦੇ ਕੋਲੇ ਬਹੁਤ ਤਾਕਤ ਹੈ, ਤਾਕਤ ਦੇ ਜੋ ਉਠਾ ਦੇ। ਕਿਉਂਕਿ ਜਿਹੜੇ ਹੁਣ ਸਾਰੇ ਦਿੱਲੀ ਦੇ ਲੋਕ, ਆਸੇ ਪਾਸੇ ਦੇ ਲੋਕ ਹੈ, ਲੱਖਾਂ ਗੱਡੀਆਂ ਦਿੱਲੀ 'ਚ ਆਉਣੀਆਂ, ਲੱਖਾਂ ਬਾਹਰ ਜਾਣੀਆਂ, ਬਹੁਤ ਵੱਡੀ ਤਕਲੀਫ ਹੋਈ ਖੜੀ ਹੈ। ਇਸ ਕਰਕੇ ਅਸੀਂ ਕਹਿੰਦੇ ਸਰਕਾਰ ਲਮਕਾਵੇ ਨਾ, ਇਹਦਾ ਇੱਕ ਪਾਸਾ ਕਰੇ, ਜਾਂ ਇਹ ਸਾਰੇ ਕਾਨੂੰਨ ਰੱਦ ਕਰ ਦੇ, ਇਹਦੇ ਨਾਲ ਨਿਬੜਦੀ ਹੈ, ਸ਼ਾਂਤਮਈ ਢੰਗ ਨਾਲ ਨਿਬੜਦੀ ਹੈ, ਜਾਂ ਆਪਦੀ ਤਾਕਤ ਦੀ ਵਰਤੋਂ ਕਰ ਲੇ। ਇਸ ਤੋਂ ਬਿਨਾਂ ਵਿੱਚ ਵਿਚਾਲੇ ਵਾਲਾ ਕੋਈ ਰਾਹ ਨਹੀਂ। ਅਮਿਤ ਸ਼ਾਹ ਦੇ ਨਾਲ ਗ੍ਰਹਿ ਮੰਤਰੀ ਦੀ ਬੈਠਕ ਹੋ ਰਹੀ ਹੈ, ਤੇ ਤੁਸੀਂ ਉਸ ਬੈਠਕ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਜਿਸ ਅਮਿਤ ਸ਼ਾਹ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਹੋ ਰਹੀ ਹੈ ਅਮਿਤ ਸ਼ਾਹ ਹੋਰਾਂ ਦੀ। ਦੇਖੋ, ਜਿਸ ਤੱਕ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਹੈ, ਇਹ ਆਪਣੀ ਅੱਡੋਡੀ ਰਾਜਾਂ ਦੀਆਂ ਸਰਕਾਰਾਂ ਹੈ, ਇੱਕੋ ਹੀ ਪਾਲਿਸੀ ਹੈ ਇਹਨਾਂ ਦੀ ਕਿ ਨਿੱਜੀਕਰਨ ਨੂੰ ਬੜਾਵਾ ਦੇਣਾ ਹੈ। ਇਸ ਕਰਕੇ ਇਹਨਾਂ ਦਾ ਆਪਸ ਵਿੱਚ ਜੋ ਮਰਜ਼ੀ ਸਮਝੌਤਾ ਹੋ ਜੇ, ਸਾਨੂੰ ਨਹੀਂ ਪ੍ਰਵਾਨ ਹੋਊਗਾ। ਜਿਹੜੀਆਂ ਦੂਜੇ ਜਥੇਬੰਦੀਆਂ ਅੱਜ ਫੈਸਲਾ ਕਰਨਗੀਆਂ, ਤੁਸੀਂ ਉਹਨਾਂ ਦੇ ਨਾਲ ਖੜੇ ਹੋਗੇ? ਕਿਉਂਕਿ ਉਗਰਾਹਾਂ ਕਈ ਵਾਰੀ ਇਹ ਹੁੰਦਾ ਕਿ ਥੋੜਾ ਅਲੱਗ ਬੈਠਾ ਹੈ, ਉਹਨਾਂ ਦਾ ਮੰਨਣਾ ਹੈ ਕਿ ਇਕੱਠੇ ਜੋ ਫੈਸਲੇ ਲਏ ਜਾਂਦੇ ਨੇ ਉਹਨਾਂ ਵਿੱਚ ਸ਼ਾਇਦ ਸ਼ਾਮਲ ਹੋਗੇ ਜਾਂ ਨਾ ਹੋਗੇ, ਸਸਪੈਂਸ ਬਣਿਆ ਰਹਿੰਦਾ। ਹਜੇ ਤੱਕ ਅਸੀਂ ਇੱਕ ਮੁੱਦੇ ਤੇ ਸਾਰੀਆਂ ਜਥੇਬੰਦੀਆਂ ਪੂਰੀ ਤਰ੍ਹਾਂ ਇਕਜੁੱਟ ਹਾਂ। ਜੇ ਇਸ ਕਿਸਮ ਦੀ ਗੱਲ ਕਿਸੇ ਪਾਸਿਓਂ ਆਊਗੀ, ਸਾਨੂੰ ਨਹੀਂ ਲੱਗਦਾ ਵੀ ਕੋਈ ਵੀ ਜਥੇਬੰਦੀ ਇਹਦੇ 'ਚ ਪੋਲ ਦੇਊਗੀ। ਸਾਰਿਆਂ ਦਾ ਫੈਸਲਾ ਕਿ ਸਾਰੇ ਦੇ ਸਾਰੇ ਕਾਨੂੰਨ ਵਾਪਸ ਕਰਾਉਣੇ। ਖੇਤੀ ਕਾਨੂੰਨਾਂ ਦੇ ਨਾਲ ਨਾਲ ਕੀ ਤੁਸੀਂ ਇਹ ਵੀ ਮੰਗ ਕਰ ਰਹੇ ਹੋ ਕਿ ਜਿਹੜਾ ਬਿਜਲੀ ਸੋਧ ਬਿੱਲ ਲੈ ਕੇ ਆਏ ਨੇ 2020, ਤੁਸੀਂ ਉਸ ਨੂੰ ਵੀ ਮੰਗ ਕਰ ਰਹੇ ਹੋ ਕਿ ਨਾਲ ਲਿਆਂਦਾ ਜਾਵੇ? ਮੈਂ ਪਹਿਲਾਂ ਵੀ ਕਹਿ ਗਿਆ ਸੀ ਕਿ 3 ਖੇਤੀ ਬਿੱਲ ਹੈ, ਇੱਕ ਬਿਜਲੀ ਮਤਲਬ ਸੋਧ ਬਿੱਲ ਲਿਆਂਦਾ ਹੈ, 5ਵਾਂ ਪਰਾਲੀਆਂ ਨਾਲ ਸੰਬੰਧ ਲਿਆਂਦਾ ਹੈ। ਇਹ ਸਾਰੇ ਦੇ ਸਾਰੇ ਰੱਦ ਕਰਾਉਣ ਤੋਂ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ। ਬਹੁਤ ਸਾਰੇ ਲੱਖਾਂ ਹੀ ਕਿਸਾਨ ਦਿੱਲੀ ਦੇ ਸਰਹੱਦਾਂ ਉੱਤੇ ਤੁਹਾਨੂੰ ਦੇਖ ਰਹੇ ਨੇ, ਹੋਰ ਵੀ ਸਰਹੱਦਾਂ ਉੱਤੇ ਬੈਠੇ ਨੇ ਤੇ ਘਰਾਂ ਦੇ ਵਿੱਚ ਬੈਠੇ ਨੇ। ਉਹਨਾਂ ਨੂੰ ਤੁਸੀਂ ਅੱਜ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕੀ ਤੁਸੀਂ ਇੱਥੋਂ ਲੈ ਕੇ ਜਾਓਗੇ? ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਸਾਰੇ ਲੋਕ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਮਸਲਾ ਨਿਬੇੜਨਾ ਨਹੀਂ ਚਾਹੁੰਦੀ, ਚਰਚਾ ਕਰਨੀ ਚਾਹੁੰਦੀ ਹੈ। ਇਸ ਕਰਕੇ ਜਿਹੜੇ ਮਾਨਸਿਕ ਤੌਰ ਤੇ ਪੂਰੀ ਦੁਨੀਆ 'ਚੋਂ ਭਾਰਤ 'ਚੋਂ ਇਸ ਅੰਦੋਲਨ ਨੂੰ ਸਪੋਰਟ ਹੈ, ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਪੋਰਟ ਚੰਗੀ ਗੱਲ ਹੈ, ਪਰ ਸਰੀਰਕ ਤੌਰ ਤੇ ਅੰਦੋਲਨ ਸ਼ਾਮਲ ਹੋਵੋ ਜਿਹਨੂੰ ਛੇਤੀ ਨਿਬੇੜਨਾ। ਸੋ ਤੁਸੀਂ ਸੁਣਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕਹਿਣਾ ਹੈਗਾ ਕਿ ਉਹ ਅੱਜ ਇਹ ਸੋਚ ਕੇ ਆ ਰਹੇ ਨੇ ਕਿ ਜੇ ਅੱਜ ਵੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਕਿਸਾਨਾਂ ਲਈ ਲਾਹੇਵੰਦ ਹੈਗੇ ਨੇ, ਤਾਂ ਉਹ ਇਸ ਦਾ ਬਾਈਕਾਟ ਕਰਨਗੇ, ਉਹ ਇਸ ਦਾ ਵਿਰੋਧ ਕਰਨਗੇ। ਤੇ ਬਾਕੀ ਜਿਹੜੇ ਵੀ ਕਿਸਾਨ ਜਥੇਬੰਦੀਆਂ ਫੈਸਲਾ ਲੈਣਗੀਆਂ ਉਹਨਾਂ ਦੇ ਨਾਲ ਚੱਲਣਗੀਆਂ। ਪਰ ਉਹਨਾਂ ਨੇ ਦੱਸਿਆ ਕਿ ਸਰਕਾਰ ਦਾ ਜਿਹੜਾ ਮਾਈਂਡ ਸੈਟ ਲੱਗ ਰਿਹਾ ਉਸ ਤੋਂ ਨਹੀਂ ਲੱਗ ਰਿਹਾ ਕਿ ਅੱਜ ਮਸਲੇ ਦਾ ਜਿਹੜਾ ਹੈਗਾ ਉਹ ਹੱਲ ਨਿਕਲ ਸਕੇਗਾ। ਪਰ 3 ਦਸੰਬਰ ਦਾ ਦਿਨ ਹੈ, ਉਮੀਦ ਵੱਡੀ ਸੀ ਕਿ ਅੱਜ ਮਸਲੇ ਦਾ ਹੱਲ ਨਿਕਲੇਗਾ। ਪਿਛਲੇ 70 ਤੋਂ ਵੱਧ ਦਿਨਾਂ ਤੋਂ ਕਿਸਾਨ ਸੜਕਾਂ ਦੇ ਉੱਤੇ ਬੈਠੇ ਹੋਏ ਨੇ।
ਨੇ, ਪਹਿਲਾਂ ਰੇਲਾਂ ਵੀ ਰੋਕੀਆਂ ਰੱਖੀਆਂ ਨੇ। ਕਿਸਾਨਾਂ ਦਾ ਅੰਦੋਲਨ ਜਾਰੀ ਹੈਗਾ। ਸੋ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਇਸ ਕਿਸਾਨਾਂ ਦੇ ਮਸਲੇ ਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ। ਸੋ ਕਿਸਾਨ ਆਗੂ ਹੁਣ ਬਾਹਰ ਆ ਰਹੇ ਨੇ, ਮੀਟਿੰਗ ਖਤਮ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਸੀਗੀ ਉਹ ਇਹ ਆਈ ਸੀ ਕਿ ਕਿਸਾਨ ਜਿਹੜੇ ਆਗੂ ਹੈਗੇ ਨੇ ਉਹ ਕੇਂਦਰੀ ਮੰਤਰੀਆਂ ਅੱਗੇ ਅੜ ਗਏ। ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਜਿਹੜੇ ਖੇਤੀ ਕਾਨੂੰਨ ਹੈਗੇ ਨੇ ਇਸ ਨੂੰ ਰੱਦ ਕਰੋ। ਤੁਸੀਂ ਇਸ ਬਾਰੇ ਦੱਸੋ, ਤੁਸੀਂ ਖੇਤੀ ਕਾਨੂੰਨ ਰੱਦ ਕਰੋਗੇ ਜਾਂ ਨਹੀਂ ਕਰੋਗੇ, ਕਿਉਂਕਿ ਸਾਨੂੰ ਇਹ ਖੇਤੀ ਕਾਨੂੰਨ ਮਨਜ਼ੂਰ ਨਹੀਂ। ਇਸ ਕਰਕੇ ਕਿਸਾਨਾਂ ਨੇ ਅੱਜ ਨਾ ਤਾਂ ਇੱਥੇ ਸਰਕਾਰ ਦੇ ਵੱਲੋਂ ਜਿਹੜਾ ਖਾਣਾ ਦਿੱਤਾ ਗਿਆ ਸੀ ਉਹ ਖਾਧਾ ਤੇ ਨਾ ਹੀ ਪਾਣੀ ਪੀਤਾ। ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਤੁਸੀਂ ਇਸ ਬਾਰੇ ਤੁਸੀਂ ਦੱਸੋ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਕਰੋਗੇ ਜਾਂ ਨਹੀਂ ਕਰੋਗੇ। ਉਸ ਤੋਂ ਬਾਅਦ ਤਿੰਨੋਂ ਕੇਂਦਰੀ ਮੰਤਰੀਆਂ ਨੇ ਆਪਸ ਦੇ ਵਿੱਚ ਬੈਠਕ ਕੀਤੀ। ਬੈਠਕ ਤੋਂ ਬਾਅਦ ਦੁਬਾਰਾ ਕਿਸਾਨਾਂ ਦੇ ਕੋਲ ਗਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਹੁਣ ਕੀ ਗੱਲਬਾਤ ਹੋਈ ਹੈ, ਕਿਸਾਨ ਆਗੂ ਬਾਹਰ ਆਉਣਗੇ ਤੇ ਦੱਸਣਗੇ ਕਿ ਗੱਲਬਾਤ ਕੀ ਹੋਈ ਹੈ। ਵਿਗਿਆਨ ਭਵਨ ਦੇ ਵਿੱਚ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਖਤਮ ਹੋ ਗਈ ਹੈ। ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕੀ ਫੈਸਲਾ ਹੋਇਆ ਅੰਦਰ। ਕਿਸਾਨ ਆਗੂ ਬਾਹਰ ਆਉਣਾ ਸ਼ੁਰੂ ਹੋ ਗਏ ਨੇ। ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ, ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਕਿਸਾਨ ਆਗੂ ਬਾਹਰ ਆਉਣਾ ਸ਼ੁਰੂ ਹੋ ਗਏ ਨੇ। ਕੇਂਦਰ ਦੇ ਮੰਤਰੀਆਂ ਦੇ ਨਾਲ ਬੈਠਕ ਉਹਨਾਂ ਦੀ ਖਤਮ ਹੋ ਗਈ ਹੈ। ਕੀ ਸਿੱਟਾ ਨਿਕਲਿਆ, ਇੱਕ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਰ ਮੀਟਿੰਗ ਦੇ ਅੰਦਰ ਕੀ ਫੈਸਲਾ ਹੋਇਆ। ਲਗਭਗ 8 ਘੰਟੇ ਮੀਟਿੰਗ ਇਹ ਚੱਲੀ, ਲੰਮਾ ਸਮਾਂ ਮੀਟਿੰਗ ਚੱਲੀ। ਇੰਨੀ ਦੇਰ ਤੱਕ ਕਿਹੜੀਆਂ ਗੱਲਾਂ ਦੇ ਉੱਤੇ ਵਿਚਾਰਾਂ ਹੋਈਆਂ, ਇਸ ਉੱਤੇ ਵੀ ਕਿਸਾਨ ਆਗੂਆਂ ਤੋਂ ਪੁੱਛਾਂਗੇ। ਸੋ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ, ਕਿਸਾਨ ਆਗੂ ਬਾਹਰ ਆਉਣਾ ਸ਼ੁਰੂ ਹੋ ਗਏ ਨੇ। ਸੋ ਕਿਸਾਨ ਆਗੂ ਬਾਹਰ ਆਉਣਾ ਸ਼ੁਰੂ ਹੋ ਗਏ ਨੇ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ। ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਨਾ, ਇਹ ਮੀਟਿੰਗ ਇਸ ਤਰ੍ਹਾਂ ਦੀ ਮੀਟਿੰਗ ਸੀਗੀ ਕਿ ਸਰਕਾਰ ਕਹਿੰਦੀ ਸੀ ਸਾਡੇ ਕਾਨੂੰਨ ਬਹੁਤ ਚੰਗੇ ਨੇ ਜੀ, ਅਸੀਂ ਕਹਿੰਦੇ ਸੀ ਵੀ ਤੁਹਾਡੇ ਕਾਨੂੰਨ ਬਹੁਤ ਗਲਤ ਨੇ, ਕਿਸਾਨਾਂ ਦੀ ਡੈਥ ਵਾਰੰਟ ਹੈ। ਤਾਂ ਉਹਦੇ 'ਚੋਂ ਸਰਕਾਰ ਨੂੰ ਬਹੁਤ ਵੱਡਾ ਭੁਲੇਖਾ ਸੀ ਇਸ ਗੱਲ ਦਾ। ਅੱਜ ਅਸੀਂ ਭੁਲੇਖਾ ਦੂਰ ਕਰਨ 'ਚ ਸਫਲ ਹੋਏ ਹਾਂ। ਸੋ ਕਿਸਾਨ ਆਗੂ ਮੋਗ ਸਿੰਘ ਮਾਨਸਾ ਵੀ ਇਸ ਵੇਲੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਦਰ ਕੀ ਫੈਸਲੇ ਹੋਏ ਨੇ। ਕਾਨੂੰਨਾਂ ਦੇ ਵਿੱਚ ਕਮੀ ਪੇਸ਼ੀ ਹੈ। ਬਹੁਤ ਧੰਨਵਾਦ। ਸੋ ਅੱਜ ਕੀ ਸਰ ਗੱਲਾਂ ਹੋਈਆਂ ਅੰਦਰ, ਕੀ ਉਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ? ਦੇਖੋ ਅੱਜ ਮੀਟਿੰਗ ਲੰਮਾ ਸਮਾਂ ਚੱਲੀ ਹੈ। ਮੀਟਿੰਗ ਦੇ ਵਿੱਚ ਅਸੀਂ ਆਪਣਾ ਵਿਚਾਰ ਰੱਖੇ ਸੀ ਕਿ ਜਿਹੜਾ ਇਹ ਐਗਰੀਕਲਚਰ ਦੇ ਜਿਹੜੇ ਕਾਨੂੰਨ ਬਣਾਏ ਗਏ ਨੇ ਇਹ ਆਊਟ ਆਫ ਕਨਸਟੀਟਿਊਸ਼ਨ ਬਣਾਏ ਗਏ ਨੇ। ਇਹਦੇ 'ਚ ਕਨਸਟੀਟਿਊਸ਼ਨ ਨੂੰ ਵਾਇਲੈਂਸ ਕੀਤਾ ਗਿਆ। ਜਿਹੜਾ ਐਗਰੀਕਲਚਰ ਹੈ ਉਹ ਸਟੇਟ ਸਬਜੈਕਟ ਹੈ, ਨਾਟ ਸੈਂਟਰ ਸਬਜੈਕਟ। ਤਾਂ ਇਹਦੇ ਵਿੱਚ ਚੋਰ ਮੋਰੀ ਰਾਹੀਂ ਟ੍ਰੇਡ ਐਂਡ ਕਮਰਸ ਦੇ ਐਕਟ ਲੈ ਕੇ ਸਮਵਰਤੀ ਸੂਚੀ ਨੂੰ ਵਰਤ ਕੇ ਇਹਦੇ 'ਚ ਸੈਂਟਰ ਬਿਲਕੁਲ ਦਖਲ ਦੇ ਰਿਹਾ ਹੈ। ਸੰਕਾਦਮਕ ਢਾਂਚੇ ਨੂੰ ਜਿਹੜਾ ਹੈਗਾ ਸਾਡੇ ਨੂੰ ਉਹਨੂੰ ਖਤਮ ਕਰ ਰਿਹਾ ਹੈ ਔਰ ਸਟੇਟਾਂ ਦੇ ਜਿਹੜੇ ਅਧਿਕਾਰਾਂ ਦਾ ਹਨਨ ਕਰ ਰਿਹਾ ਹੈ। ਤੋਂ ਇਸ ਗੱਲ ਤੇ ਅਸੀਂ ਪ੍ਰੋਵੀਜ਼ਨਾਂ ਦਿੱਤੀਆਂ ਐਕਟ ਦੀਆਂ। ਸਰਕਾਰ ਦੇ ਜਿਹੜੇ ਮੰਤਰੀ ਵਿੱਚ ਬੈਠੇ ਸੀ ਉਹ ਇਸ ਗੱਲ ਤੇ ਕਨਵਿੰਸ ਹੋਏ ਨੇ ਔਰ ਬਾਅਦ ਵਿੱਚ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਹਾਂ ਇਹਦੇ ਵਿੱਚ ਕੁਝ ਕਮੀਆਂ ਨੇ, ਇਹਨਾਂ ਵਿੱਚ ਅਮੈਂਡਮੈਂਟਾਂ 'ਚ ਕਰਨ ਵਾਲੀਆਂ ਨੇ। ਜਿਵੇਂ APMC ਮੰਡੀ ਹੈਗੀ ਆ ਉਹ ਜਾਰੀ ਰਹੂਗੀ, ਉਹਦੇ 'ਚ ਖਰੀਦ ਜਾਰੀ ਰਹੂਗੀ ਔਰ ਜਿਹੜਾ ਪ੍ਰਾਈਵੇਟ ਟਰੇਡਰ ਅਸੀਂ ਕੀਤਾ ਉਹਦੇ 'ਤੇ ਵੀ ਅਸੀਂ ਟੈਕਸ ਲਾਉਣ ਬਾਰੇ ਸੋਚ ਰਹੇ ਹਾਂ। ਇੱਕ ਜਿਹੜਾ ਨਿਆਂਲੇ ਦੇ ਸੰਬੰਧ ਵਿੱਚ SDM ਨੂੰ ਕੋਲੇ ਪਾਵਰਾਂ ਨੇ, ਅਸੀਂ ਆਖਿਆ ਵੀ ਉਹ SDM ਪਾਵਰ ਤਾਂ ਸਟੇਟ ਬਾਡੀ ਦੇ ਪ੍ਰੈਸ਼ਰ ਦੇ ਅੰਡਰ ਹੁੰਦਾ ਔਰ ਉਹ ਜਿਹੜਾ ਥੋੜੇ ਸਿਫਾਰਿਸ਼ ਨਾਲ ਜਾਂ ਥੋੜੇ ਪੈਸਿਆਂ ਨਾਲ ਵਿਕ ਜਾਂਦਾ, ਇਸ ਲਈ ਇਹ ਨਿਆਂ ਨਹੀਂ ਸਾਨੂੰ ਦੇ ਸਕਦਾ ਤੇ ਇਹਦੇ ਵਿੱਚ ਕੋਰਟਾਂ ਜਿਹੜਾ ਹੈਗਾ ਉਹਦੀ ਭੂਮਿਕਾ ਹੋਣੀ ਚਾਹੀਦੀ ਹੈ। ਇਹ ਮੰਤਰੀ ਮੰਨਿਆ ਕਿ ਹਾਂ ਅਸੀਂ ਇਸ ਬਾਰੇ ਵੀ ਵਿਚਾਰ ਕਰਾਂਗੇ। ਤੋਂ ਜਿਹੜਾ ਹੈਗਾ MSP ਵਾਲੀ ਗੱਲ ਹੈ ਵੀ ਉਹਦੇ ਬਾਰੇ ਵੀ ਅਸੀਂ ਵਿਚਾਰ ਕਰਾਂਗੇ। ਉਹਨੂੰ ਗਰੰਟਡ ਕਾਨੂੰਨ ਪ੍ਰੋਕਿਉਰਮੈਂਟ ਦੀ ਜਿਹੜੀ ਗਰੰਟੀ ਦੇਣ ਵਾਲੇ ਵੀ ਵਿਚਾਰ ਕਰਾਂਗੇ। ਸੋ ਇਸ ਕਿਸਮ ਦੀਆਂ ਕਈ 6-7 ਗੱਲਾਂ ਤੇ ਉਹਨਾਂ ਨੇ ਇਹ ਸਾਨੂੰ ਕਨਵਿੰਸ ਕਰਾਇਆ, ਅਮੈਂਡਮੈਂਟਸ ਕਰਨ ਦੀ ਮਤਲਬ ਕੀਤਾ ਹੈ। ਅਸੀਂ ਇਸ ਗੱਲ ਨੂੰ ਮਨਾਉਣ ਵਿੱਚ ਸਫਲ ਹੋ ਗਏ ਕਿ ਹਾਂ ਕਾਨੂੰਨਾਂ ਦੇ ਵਿੱਚ ਕੁਝ ਨਾ ਕਿਤੇ ਗਲਤ ਗੱਲਾਂ ਹੈਗੀਆਂ ਨੇ। ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਔਰ ਉਹਨਾਂ 'ਚ ਮਤਲਬ ਅਮੈਂਡਮੈਂਟ ਕਰਨ ਦੇ ਵਾਸਤੇ ਉਹਨਾਂ ਨੇ ਆਪਣਾ ਸਵੀਕਾਰ ਕਰ ਲਿਆ ਔਰ ਕੱਲ੍ਹ ਦੀ ਮੀਟਿੰਗ 'ਚ ਉਹ ਵਿਚਾਰ ਕੇ ਕਹਿੰਦੇ ਨੇ ਕਿ ਇਹਨਾਂ ਬਾਰੇ ਕੀ ਕਿਵੇਂ ਹੋ ਸਕਦਾ ਉਹ ਅਸੀਂ ਦੱਸਾਂਗੇ ਔਰ ਪਰਸੋਂ 5 ਤਰੀਕ ਦੀ ਫੇਰ ਦੁਬਾਰਾ ਮੀਟਿੰਗ ਮਨਾਈ ਹੈ। ਅਸੀਂ ਇਹ ਆਪਣੀ ਜਿਹੜੀ ਮੰਗ ਮਨਾਉਣ ਦੇ ਵੱਲ ਵਧ ਰਹੇ ਹਾਂ ਔਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹਾਂ। ਇਹ ਅੰਦੋਲਨ ਹੈ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ। MSP ਦਾ ਕਾਨੂੰਨੀਕਰਨ ਕਰਨ ਦੇ ਲਈ ਕੀ ਸਰਕਾਰ ਤਿਆਰ ਹੋ ਗਈ ਹੈ? ਹਾਂ, ਸਰਕਾਰ ਨੇ ਗੱਲ ਮੰਨੀ ਹੈ ਕਿ ਅਸੀਂ ਇਸ ਗੱਲ ਤੇ ਸਾਰੀ ਵਿਚਾਰ ਕਰਾਂਗੇ ਕਿ ਕਾਨੂੰਨਨ ਗਰੰਟੀ ਕੀਤੀ ਜਾਵੇ ਔਰ ਪ੍ਰੋਕਿਉਰਮੈਂਟ ਜਿਹੜੀ ਹੈਗੀ ਆ ਉਹ ਜਾਰੀ ਰੱਖੀ ਜਾਵੇ ਤੇ ਇਸ ਗੱਲ ਤੇ ਅਸੀਂ ਵਿਚਾਰ ਵਿਮਰਸ਼ ਕਰਕੇ ਇਹਨੂੰ ਸ਼ਾਮਲ ਕਰਾਂਗੇ। ਹੁਣ ਕਿਸਾਨ ਆਗੂਆਂ ਦਾ ਕੀ ਕਹਿਣਾ ਹੈ ਕਿ ਤੁਸੀਂ ਅਮੈਂਡਮੈਂਟ ਨਾਲ ਰਾਜ਼ੀ ਹੋ ਜਾਓਗੇ ਜਾਂ ਹਾਲੇ ਵੀ ਮੰਗ ਉਹੀ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ? ਦੇਖੋ, ਜਿਹੜਾ MSP ਵਾਲਾ ਮਸਲਾ ਹੈ ਉਹ ਇਹਨਾਂ ਕਾਨੂੰਨਾਂ ਤੋਂ ਵੱਖਰਾ ਮਸਲਾ ਹੈ। MSP ਦੀ ਗਰੰਟਡ, ਪ੍ਰੋਕਿਉਰਮੈਂਟ ਦੀ ਗਰੰਟਡ ਔਰ ਜਿਹੜਾ ਉਸ ਤੋਂ ਘੱਟ ਖਰੀਦਦਾ ਉਹਨੂੰ ਸਜ਼ਾ ਪ੍ਰਦਾਨ ਕਰਨਾ, ਜਿਹੜੀਆਂ ਇਹ ਗੱਲਾਂ ਸਾਰੀਆਂ ਫਸਲਾਂ ਦੀ MSP ਦੇ ਖਰੀਦ ਜ਼ਰੂਰੀ, ਇਹ ਸਾਰੀਆਂ ਗੱਲਾਂ ਇਹ ਤੋਂ ਸੈਪਰੇਟ ਹੈ। ਪਰ ਜਿਹੜੇ ਇਹ ਬਿੱਲ ਨੇ ਉਹਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਬਿਲਕੁਲ ਖਤਮ ਕਰਾਉਣਾ ਚਾਹੁੰਦੇ ਹਾਂ। ਉਹਨਾਂ 'ਚ ਤਬਦੀਲੀਆਂ ਜਾਂ ਕੋਈ ਸੋਧਾ ਨਹੀਂ ਕਰਾਉਣਾ ਚਾਹੁੰਦੇ। ਇਹ ਅੱਗੇ ਜਿਵੇਂ ਹੈਗਾ ਕੀ ਮਸਲਾ ਚੱਲਦਾ ਹੈ, ਕਿੰਨਾ ਸਰਕਾਰ ਦਾ ਪ੍ਰੈਸ਼ਰਾਈਜ਼ ਕਰਦੇ ਹਾਂ ਅਸੀਂ ਆਪਣੇ ਅੰਦੋਲਨ ਨੂੰ
ਸਾਡਾ ਅੰਦੋਲਨ ਬੜੀ ਸਫਲਤਾ ਨਾਲ ਵੱਧ ਰਿਹਾ ਹੈ ਔਰ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ। ਮੇਰਾ ਆਖਰੀ ਸਵਾਲ, ਪਹਿਲਾਂ ਤੁਸੀਂ ਕਹਿੰਦੇ ਆਏ ਹੋ ਕਿ ਜਿਹੜੀਆਂ ਵੀ ਕੇਂਦਰੀ ਮੰਤਰੀ ਦੇ ਨਾਲ ਬੈਠਕਾਂ ਹੋਈਆਂ ਨੇ, ਕੇਂਦਰੀ ਮੰਤਰੀ ਗੰਭੀਰ ਨਹੀਂ ਲੱਗੇ ਇਹਨਾਂ ਬਿੱਲਾਂ ਨੂੰ ਲੈ ਕੇ। ਅੱਜ ਦੀ ਜਿਹੜੀ ਗੱਲਬਾਤ ਹੋਈ ਹੈ ਉਹ ਕਿਸ ਮਾਹੌਲ ਦੇ ਵਿੱਚ ਹੋਈ, ਕਿ ਸੁਖਾਵੇਂ ਮਾਹੌਲ ਦੇ ਵਿੱਚ ਹੋਈ? ਵਾਕਈ ਲੱਗਿਆ ਕਿ ਜਿਹੜੇ ਕੇਂਦਰ ਸਰਕਾਰ ਹੈ ਉਹ ਹੁਣ ਕਾਨੂੰਨ ਜਿਹੜੇ ਕਿਸਾਨਾਂ ਦਾ ਮਸਲਾ ਹੈਗਾ ਉਸ ਨੂੰ ਗੰਭੀਰਤਾ ਦੇ ਨਾਲ ਲੈਣ ਲੱਗ ਗਈ ਹੈ? ਦੇਖੋ, ਜਿਹੜੀਆਂ ਮੀਟਿੰਗਾਂ ਹੁੰਦੀਆਂ ਬਾਰ-ਬਾਰ ਮੀਟਿੰਗਾਂ ਸੱਦਣਾ, ਇੱਕ ਦਿਨ ਦਾ ਮੀਟਿੰਗ ਸੱਦ ਕੇ ਇਹ ਤਾਂ ਸਿੱਧ ਕਰਦਾ ਕਿ ਸਰਕਾਰ ਗੰਭੀਰ ਹੈ ਔਰ ਸਰਕਾਰ ਦੇ ਵਿੱਚ ਤੇ ਪ੍ਰੈਸ਼ਰ ਹੈ ਕਿਸਾਨਾਂ ਦੇ ਅੰਦੋਲਨ ਦਾ, ਔਰ ਸਰਕਾਰ ਕੁਝ ਕਰਨਾ ਵੀ ਚਾਹੁੰਦੀ ਹੈ। ਜੇ ਕੁਝ ਨਹੀਂ ਕਰੇਗੀ ਤਾਂ ਕਿਸਾਨਾਂ ਦਾ ਅੰਦੋਲਨ ਵਾਪਸ ਨਹੀਂ ਹੋਏਗਾ ਔਰ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਵੱਡਾ ਲਾਸ ਹੋਵੇਗਾ। ਜਿਵੇਂ ਚੱਲ ਰਿਹਾ ਕਿ ਜੇ ਮਤਲਬ ਇਹਨਾਂ ਹੋਰ ਅੰਦੋਲਨ ਚੱਲਦਾ ਹੈ ਤਾਂ ਹਰਿਆਣਾ ਦੀ ਸਰਕਾਰ ਟੁੱਟ ਸਕਦੀ ਹੈ। ਜਿਹੜਾ ਦੁਸ਼ੰਤ ਚੱਲ ਰਿਹਾ ਸੀ ਇਹਨਾਂ ਦਾ ਡਿਪਟੀ ਸੀਐਮ ਹੈ, ਉਹਨੇ ਧਮਕੀ ਦਿੱਤੀ ਹੈ ਕਿ ਸਰਕਾਰ ਕਿਸਾਨਾਂ ਦੀ ਨਾ ਸੁਣੇਗੀ ਤਾਂ ਉਹ ਅਸਤੀਫਾ ਦੇ ਦੇਣਗੇ। ਜੇ ਉਹਨਾਂ ਨੇ ਅਸਤੀਫਾ ਦਿੱਤਾ ਸਰਕਾਰ ਟੁੱਟ ਸਕਦੀ। ਮੁਖ ਸਿੰਘ ਜੀ, ਕੀ ਕੇਂਦਰੀ ਮੰਤਰੀਆਂ ਨੇ ਵੀ ਤੁਹਾਡੇ ਅੱਗੇ ਕੋਈ ਮੰਗ ਰੱਖੀ ਕਿ ਤੁਸੀਂ ਦਿੱਲੀ ਦੀ ਘੇਰਾਬੰਦੀ ਛੱਡੋ ਜਾਂ ਕੋਈ ਹੋਰ ਫੈਸਲੇ, ਜਿਵੇਂ ਤੁਸੀਂ 5 ਤਰੀਕ ਨੂੰ ਮੁਜ਼ਾਹਰਿਆਂ ਦਾ ਫੈਸਲਾ ਕੀਤਾ ਹੋਇਆ, ਕੀ ਕੇਂਦਰੀ ਮੰਤਰੀਆਂ ਨੇ ਕੋਈ ਮੰਗ ਰੱਖੀ ਤੁਹਾਡੇ ਅੱਗੇ? ਨਹੀਂ, ਅੱਜ ਕੇਂਦਰੀ ਮੰਤਰੀਆਂ ਨੇ ਕੋਈ ਫਿਲਹਾਲ ਮੰਗ ਨਹੀਂ ਰੱਖੀ। ਉਹ ਤਾਂ ਸਿਰਫ ਇਸ ਸਦਭਾਵਨਾ ਦੇ ਮਾਹੌਲ ਦੇ ਵਿੱਚ ਗੱਲਬਾਤ ਕਰਕੇ ਹੀ ਕਿਸਾਨਾਂ ਦਾ ਜਿਹੜਾ ਹੈਗਾ ਮਸਲਾ ਹੱਲ ਕਰਨ ਤੋਂ ਬਾਅਦ ਹੀ ਇਹ ਮੰਗ ਕਰਨ ਦੀ ਰੋਹ ਦੇ ਵਿੱਚ ਨੇ। ਤੁਸੀਂ ਅੱਜ ਅੰਦਰ ਲੰਗਰ ਪਾਣੀ ਨਹੀਂ ਛਕਿਆ, ਬਾਹਰੋਂ ਲੰਗਰ ਪਾਣੀ ਆਇਆ, ਉਹਦੇ ਪਿੱਛੇ ਕੀ ਕਾਰਨ? ਦੇਖੋ, ਇਹ ਹੈਗਾ ਕਿ ਅਸੀਂ ਸਰਕਾਰ ਨੂੰ ਰੋਸ ਦਿਖਾਉਣਾ ਹੁੰਦਾ ਹੈ ਔਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਲੰਗਰ ਪਾਣੀ ਜਾਂ ਚਾਹ ਪਾਣੀ ਜਾਂ ਹੋਰ ਸਾਰਾ ਪੂਰਾ ਪ੍ਰਬੰਧ ਹੈ। ਸਾਨੂੰ ਕਿਸੇ ਕਿਸਮ ਦੀ ਸਰਕਾਰ ਦੇ ਪ੍ਰਬੰਧ ਦੇ ਵਿੱਚ ਲੋੜ ਨਹੀਂ ਹੈਲਪ ਦੀ, ਤਾਂ ਅਸੀਂ ਆਪੇ ਆਤਮ ਨਿਰਭਰ ਹਾਂ। ਇਸ ਕਰਕੇ ਸਾਡਾ ਜਿਹੜਾ ਅੰਦੋਲਨ ਹੈ ਉਹ ਆਤਮ ਨਿਰਭਰਤਾ ਦੇ ਨਾਲ ਚੱਲ ਰਿਹਾ ਹੈ, ਇਹ ਕਿਸੇ ਦੇ ਉੱਤੇ ਨਿਰਭਰ ਨਹੀਂ ਹੈ। ਉਹ ਅਸੀਂ ਸ਼ੋਅ ਕਰਤਾ ਕਿ ਅਸੀਂ ਤੁਹਾਡਾ ਲੰਗਰ ਵੀ ਨਹੀਂ ਖਾਂਦੇ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨਦੇ। ਸਰਕਾਰ ਆ ਜਿਹੜੀ ਉਹ ਲੋਕਾਂ ਦੀ ਨੁਮਾਇੰਦਾ ਹੁੰਦੀ ਹੈ, ਲੋਕਾਂ ਦੀ ਰਕਸ਼ਕ ਹੁੰਦੀ ਹੈ, ਲੋਕਾਂ ਦੀ ਅੰਨਦਾਤਾ ਹੁੰਦੀ ਹੈ, ਲੋਕਾਂ ਦੀ ਪਾਲਣਹਾਰੀ ਹੁੰਦੀ ਹੈ। ਜੇ ਆਪਾਂ ਕਹੀਏ ਡੈਮੋਕ੍ਰੇਸੀ ਫਾਰ ਦੀ ਪੀਪਲ, ਬਾਈ ਦੀ ਪੀਪਲ ਔਰ ਆਫ ਦੀ ਪੀਪਲ, ਪਰ ਅਸੀਂ ਉਹ ਸਮਝਦੇ ਹਾਂ ਕਿ ਸਰਕਾਰ ਪੀਪਲ ਦੇ ਨਾਲ ਬਣਤਾ ਗਈ ਪਰ ਲੋਕਾਂ ਦੀ ਹਮਦਰਦ ਨਹੀਂ ਹੈ। ਅਸੀਂ ਇਸ ਕਰਕੇ ਉਹ ਰੋਸ ਵਜੋਂ ਜਦੋਂ ਸੈਕਟਰੀ ਬੋਲਿਆ ਤਾਂ ਅਸੀਂ ਰੋਸ ਵਜੋਂ ਬਿਲਕੁਲ ਸਾਇਲੈਂਟ ਚੁੱਪ ਕਰਕੇ ਵੀ ਰੋਸ ਦਿਖਾਇਆ ਕਿ ਅਸੀਂ ਚੁੱਪ ਹਾਂ। ਸੋ ਇਸ ਕਰਕੇ ਮਤਲਬ ਰੋਸ ਦਿਖਾਉਣ ਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਨੇ। ਜਿੱਥੇ ਸਾਡਾ ਬਾਹਰ ਅੰਦੋਲਨ ਚੱਲਦਾ ਹੈ ਅਸੀਂ ਅੰਦਰ ਵੀ ਰੋਸ ਦਿਖਾਇਆ ਔਰ ਉਸ ਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਪੂਰਾ ਹੀ ਪਿਆ। ਇਸ ਗੱਲ ਤੇ ਸਰਕਾਰ ਨੂੰ ਨਮੋਸ਼ੀ ਮੰਨੀ ਹੈ ਕਿ ਚਾਹ ਨਹੀਂ ਪੀਤੀ। ਇੱਥੋਂ ਦੇ ਕਈ ਅਧਿਕਾਰੀਆਂ ਨੇ ਸਾਡੀ ਚਾਹ ਪੀ ਕੇ ਕਿਹਾ ਕਿ ਇਹ ਚਾਹ ਬੜੀ ਸਵਾਦ ਸੀ ਸਰਕਾਰੀ ਚਾਹ ਨਾਲ। ਕੀ ਬਾਤ ਹੈ ਜੀ। ਸੋ ਅਖੀਰਲਾ ਸਵਾਲ ਮੇਰਾ ਕਿ ਜਿੱਦਾਂ ਕਿ ਹੁਣ 5 ਦਸੰਬਰ ਨੂੰ ਬੈਠਕ ਰੱਖੀ ਗਈ ਹੈ ਦੁਆਰਾ, ਉਸ ਨੂੰ ਲੈ ਕੇ ਕੀ ਤੁਸੀਂ ਜਿਹੜੇ ਦੂਜੇ ਪ੍ਰੋਗਰਾਮ ਉਲੀਕੇ ਨੇ ਉਸ ਵਿੱਚ ਕੋਈ ਢਿੱਲ ਵਰਤੋਗੇ ਜਾਂ ਸੰਘਰਸ਼ ਹੋਰ ਤਿੱਖਾ ਕਰਨ ਲਈ ਤੁਸੀਂ ਪ੍ਰੋਗਰਾਮ ਉਲੀਕੋਗੇ? ਅਸੀਂ ਜਿਹੜੀ ਕੱਲ੍ਹ ਦੀ ਸਾਡੀ ਮੀਟਿੰਗ ਹੋ ਰਹੀ ਹੈ 11 ਵਜੇ ਸਾਰੀਆਂ ਜਥੇਬੰਦੀਆਂ ਦੀ, ਉਹਦੇ ਵਿੱਚ ਜਿਹੜਾ ਹੈਗਾ ਅਗਲੇ ਪ੍ਰੋਗਰਾਮ ਨੂੰ ਉਲੀਕਾਂਗੇ ਕਿ ਕਿਸ ਤਰ੍ਹਾਂ ਮਤਲਬ ਪ੍ਰੋਗਰਾਮ ਨੂੰ ਨੇਪਰੇ ਚਾੜਨਾ, ਕੀ ਕਰਨਾ ਹੈ, ਜਾਂ ਕੋਈ ਥੋੜਾ ਉਹਨੂੰ ਸਖਤ ਕਰਨਾ ਹੈ ਜਾਂ ਢਿੱਲਾ ਕਰਨਾ ਹੈ। ਉਸ ਕੱਲ੍ਹ ਦੀ ਮੀਟਿੰਗ ਦੇ ਵਿੱਚ ਅਸੀਂ ਪ੍ਰੋਗਰਾਮ ਨੂੰ ਉਲੀਕਾਂਗੇ। ਜੀ, ਬੋਕਸਿੰਗ ਦੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਸੋ ਕਿਸਾਨ ਆਗੂ ਬੋਕਸਿੰਗ ਜੀ ਦੱਸਣਾ ਹੈ ਕਿ ਅੱਜ ਦੀ ਜਿਹੜੀ ਬੈਠਕ ਸੀ ਕੇਂਦਰੀ ਮੰਤਰੀਆਂ ਦੇ ਨਾਲ ਉਹ ਕਾਫੀ ਚੰਗੇ ਮਾਹੌਲ ਦੇ ਵਿੱਚ ਰਹੀ ਹੈ। ਅੱਜ ਕੇਂਦਰ ਨੇ ਪਹਿਲੀ ਵਾਰ ਇਹ ਮੰਨਿਆ ਹੈ ਜ਼ਰੂਰ ਕਿ ਇਹ ਜਿਹੜੇ ਖੇਤੀ ਕਾਨੂੰਨ ਹੈਗੇ ਨੇ ਇਹਦੇ ਵਿੱਚ ਕਈ ਕਮੀਆਂ ਰਹਿ ਗਈਆਂ ਹੈਗੀਆਂ ਨੇ, ਇਸ ਕਰਕੇ ਉਹ ਕਮੀਆਂ ਅਸੀਂ ਦੂਰ ਕਰਾਂਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਕਾਨੂੰਨ ਦੇ ਵਿੱਚ ਕੀ ਚੀਜ਼ਾਂ ਪਸੰਦ ਨਹੀਂ ਹੈਗੀਆਂ। ਸੋ ਕੇਂਦਰੀ ਮੰਤਰੀਆਂ ਨੇ ਇਹ ਜ਼ਰੂਰ ਮੰਨਿਆ ਹੈਗਾ ਕਿ ਜਿਹੜੇ ਕਿਸਾਨਾਂ ਦੇ ਇਤਰਾਜ਼ ਹੈਗੇ ਨੇ ਉਹ ਸਹੀ ਹੈਗੇ ਨੇ, ਉਸ ਉੱਤੇ ਵਿਚਾਰ ਜ਼ਰੂਰ ਕੀਤਾ ਜਾਏਗਾ। ਨਾਲ ਹੀ ਇੱਕ ਵੱਡੀ ਗੱਲ ਇਹ ਵੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀਕਰਨ ਉਸ ਦਾ ਕਰਨ ਬਾਰੇ ਵੀ ਚਰਚਾ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਨੂੰ ਕਾਨੂੰਨ ਬਣਾਉਂਦੀ ਹੈ ਤਾਂ ਬੜਾ ਫਾਇਦੇਮੰਦ ਹੋਗਾ। ਹੁਣ 5 ਦਸੰਬਰ ਨੂੰ ਦੁਆਰਾ ਬੈਠਕ ਹੋਏਗੀ ਕੇਂਦਰੀ ਮੰਤਰੀਆਂ ਦੇ ਨਾਲ। ਅੱਜ ਬੈਠਕ ਦੇ ਵਿੱਚ 3 ਮੰਤਰੀ ਸ਼ਾਮਲ ਹੋਏ। ਖੇਤੀ ਮੰਤਰੀ ਵੀ ਸੀ ਤੋਮਰ ਸਾਹਿਬ, ਤੇ ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਜੀ ਵੀ ਸੀ, ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਲ ਸਨ। ਤੇ ਲਗਭਗ 8 ਘੰਟਾ ਇਹ ਬੈਠਕ ਚੱਲੀ। ਲੰਮੀ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਅੰਦਰ ਨਾ ਸਰਕਾਰੀ ਲੰਗਰ ਛਕਿਆ ਤੇ ਨਾ ਹੀ ਪਾਣੀ ਪੀਤਾ, ਬਾਹਰੋਂ ਹੀ ਲੰਗਰ ਤੇ ਪਾਣੀ ਆਇਆ। ਤੇ ਨਾਲ ਵੀ ਤੁਸੀਂ ਜਿੱਦਾਂ ਕਿ ਉਹਨਾਂ ਨੇ ਦੱਸਿਆ ਕਿ ਜਿਹੜੀ ਚਾਹ ਵੀ ਹੈਗੀ ਆ ਉਹ ਮੰਤਰੀਆਂ ਨੂੰ ਅਸੀਂ ਲੰਗਰ ਦੀ ਛਕਾਈ ਤੇ ਉਹ ਬੜੇ ਖੁਸ਼ ਹੋਏ। तो इस बैठक तो एक उम्मीद जरूर बची है कि आने वाले समय के मसला छेती हल हो सकता है जे लगातार बैठकों का दौर जारी रहता है। पर उन्होंने किसान आगुओं का कहना है कि बाकी के जो प्रोग्राम असी उलीके हुए हैं वो उदा ही रहने। जे किते भी केंद्र सरकार हल्की जी भी ढिल वरतदी है तो आने वाले समय के संघर्ष होर तिखा किया जा सकता है। सो केंद्र के मंत्रियों के नाल किसानों की बैठक खत्म हुई है। किहड़े पहलुओं के अंदर गलबात हुई तो की किसानों दी उपलब्धियां रही ने अज किसान आगुओं दियां वो असी एक पहलू नूं छूण की कोशिश करांगे। निर्भय सिंह किरती किसान यूनियन के आगू इस वेले साडे नाल मौजूद ने, वो अंदर बैठक दे विच शामिल सन। सो मैं तुहाडे तों जानना चाहुंदा
ਕਿ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਕੇਂਦਰੀ ਮੰਤਰੀ ਸਾਡੀ ਗੱਲਬਾਤ ਉਸ ਢੰਗ ਨਾਲ ਨਹੀਂ ਸੁਣ ਰਹੇ, ਸੀਰੀਅਸ ਨਹੀਂ ਲੈ ਰਹੇ। ਅੱਜ ਦੀ ਜਿਹੜੀ ਮੀਟਿੰਗ ਹੈਗੀ ਹੈ, ਕੀ ਕੇਂਦਰੀ ਮੰਤਰੀ ਸੀਰੀਅਸ ਲੱਗੇ? ਕੀ ਕਿਸਾਨਾਂ ਦੀ ਗੱਲ ਉਹਨਾਂ ਨੇ ਸੁਣੀ? ਹੁਣ ਤੱਕ ਸਾਨੂੰ ਬੁਲਾਈ ਗਏ ਆ ਉਹ। ਅੱਜ ਪਹਿਲੇ ਦਿਨ ਥੋੜਾ ਜਿਹਾ ਉਹਨਾਂ ਨੇ ਮੂੰਹ ਖੋਲਿਆ, ਜਿਹੜਾ ਉਹਦੇ ਨਾਲ ਅਸੀਂ ਜਿੰਨੀ ਕੁ ਗੱਲ ਉਹਨਾਂ ਨੇ ਕਹੀ ਹੈ ਉਹਦੇ ਨਾਲ ਅਸੀਂ ਸੰਤੁਸ਼ਟ ਨਹੀਂ ਹੈ। ਜਿਹੜੀ ਗੱਲ ਸਭ ਤੋਂ ਜਿਹੜਾ ਮੇਨ ਆ ਉਹ ਵਿਚਾਲੇ ਵਾਲਾ ਕਾਨੂੰਨ ਹੈ ਵੀ ਕਾਰਪੋਰੇਟ ਸਾਡੀਆਂ ਜ਼ਮੀਨਾਂ ਛੱਡੂ ਕਿ ਨਹੀਂ ਛੱਡੂ। ਜੇ ਸਾਡੀ ਜ਼ਮੀਨ ਹੀ ਖੁੱਸ ਜਾਂਦੀ ਹੈ, ਅਸੀਂ ਐਮਐਸਪੀ ਤੋਂ ਕੀ ਕਰਾਉਣਾ? ਫਿਰ ਅਸੀਂ ਦਾਣੇ ਤਾਂ ਕਿਤੇ ਲੈ ਕੇ ਨਹੀਂ ਜਾਣੇ, ਜੇ ਵੇਚਣੇ ਆ ਜਾਂ ਨਹੀਂ ਵੇਚਣੇ ਉਹਦੀ ਤਾਂ ਗੱਲ ਹੀ ਮੁੱਕ ਜਾਣੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਕਾਨੂੰਨ ਚਾਹੀਦਾ ਜਿਹੜਾ ਕਾਰਪੋਰੇਟ ਸਾਡੀਆਂ ਜ਼ਮੀਨਾਂ 'ਚ ਵੜ ਰਿਹਾ ਉਹ ਬੰਦ ਹੋਣਾ ਚਾਹੀਦਾ, ਉਹ ਕਾਨੂੰਨ ਵਾਪਸ ਹੋਣਾ ਚਾਹੀਦਾ। ਤਿੰਨੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਇਹ ਦੂਰਾਂ ਕਿਸਾਨ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ। ਤੇ ਦੂਜੇ ਪਾਸੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਅੱਜ ਕਈ ਥਾਵਾਂ ਤੇ ਕਿਸਾਨ ਆਗੂਆਂ ਨੇ ਜਿਹੜੇ ਆਪਣੇ ਇਤਰਾਜ਼ ਜਤਾਏ ਨੇ ਤੇ ਕੇਂਦਰ ਦੇ ਮੰਤਰੀ ਇਹ ਕਹਿੰਦੇ ਨੇ ਕਿ ਅਸੀਂ ਅਮੈਂਡਮੈਂਟ ਲਈ ਰਾਜ਼ੀ ਹਾਂ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੋਧਾਂ ਕਰਾਂਗੇ ਇਹਨਾਂ ਕਾਨੂੰਨਾਂ ਦੇ ਵਿੱਚ। ਕੀ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਸੋਧਾਂ ਨਾਲ ਮਸਲਾ ਹੱਲ ਹੋ ਜਾਏਗਾ? ਨਹੀਂ, ਅਸੀਂ ਸਮਝਦੇ ਸੋਧਾ ਨਾਲ ਕੋਈ ਮਾਮਲਾ ਹੱਲ ਹੋਣ ਵਾਲਾ ਨਹੀਂ। ਵੀ ਸੋਧਾਂ ਸਾਧਾਂ ਦੇ ਨਾਲ ਕੁਝ ਨਹੀਂ। ਅੱਜ ਸੋਧਾਂ ਵਾਲੀ ਵੀ ਗੱਲ ਅੱਜ ਪਹਿਲੇ ਦਿਨ ਖੁੱਲੇ ਆ ਸੋਧਾਂ ਵਾਲੀ ਗੱਲ ਵੀ ਕੋਈ ਸੋਧਾਂ ਕਰ ਲਈਏ ਜਾਂ ਹੋਰ। ਅੱਜ ਤੱਕ ਤਾਂ ਸਾਨੂੰ ਪੜ੍ਹਾਈ ਗਏ ਆ ਵੀ ਅਸੀਂ ਅੱਜ ਪਹਿਲੇ ਦਿਨ ਉਹਨਾਂ ਨੂੰ ਪੜ੍ਹਾਇਆ ਕੁਛ ਅਸੀਂ। ਅੱਛਾ ਜੀ। ਪਹਿਲੇ ਦਿਨ ਅਸੀਂ ਵੀ ਕਿਹਾ ਵੀ ਅਸੀਂ ਵੀ ਤੁਹਾਨੂੰ ਪੜਾਉਣਾ ਥੋੜਾ ਜਿਹਾ, ਤੁਸੀਂ ਘੱਟ ਜਾਣਦੇ ਆ, ਤੇ ਉਹ ਅੱਜ ਪਹਿਲੇ ਦਿਨ ਥੋੜਾ ਜਿਹਾ ਪੜਾਇਆ ਉਹਨਾਂ ਨੂੰ। ਸੋ ਜਦੋਂ ਅੰਦਰ ਦਾ ਮਾਹੌਲ ਸੀਗਾ ਤੇ ਇੱਕ ਪਾਸੇ ਕੇਂਦਰੀ ਮੰਤਰੀ ਤੇ ਨਾਲ ਐਕਸਪਰਟ ਵੀ ਬੈਠੇ ਸੀ, ਦੂਜੇ ਪਾਸੇ ਕਿਸਾਨ ਜਿਹੜੇ ਨੌਜਵਾਨ ਤੇ ਸਾਡੇ ਬਾਬੇ ਉੱਥੇ ਬੈਠੇ ਹੋਏ ਸੀ, ਤੇ ਕਿਸੇ ਵੀ ਪੁਆਇੰਟ ਤੋਂ ਤੁਹਾਨੂੰ ਲੱਗਿਆ ਕਿ ਕਮਜ਼ੋਰ ਆਗੂ ਕਿਤੇ ਕਮਜ਼ੋਰ ਪਏ ਨੇ ਜਿਹਦਾ ਜਵਾਬ ਤੁਹਾਡੇ ਕੋਲ ਸੀ ਜਾਂ ਨਹੀਂ ਸੀ? ਸਾਡੇ ਆਗੂ ਕਿਤੇ ਵੀ ਕਮਜ਼ੋਰ ਨਹੀਂ ਹੋਏ। ਹਰ ਸਵਾਲ ਦਾ ਪੂਰਾ ਉੱਤਰ ਦਿੱਤਾ ਉਹਨਾਂ ਨੇ, ਕੱਢ ਕੇ ਜਿਵੇਂ ਅਲਜਬਰੇ ਦਾ ਹਿਸਾਬ ਹੁੰਦਾ ਉਵੇਂ ਕੱਢ ਕੇ ਰੱਖਤਾ ਸਾਡੇ ਬੰਦਿਆਂ ਨੇ। ਤੇ ਇਹਦੇ 'ਚ ਕੋਈ ਅਸੀਂ ਭੋਰਾ ਵੀ ਜਮਕਣ ਵਾਲੇ ਨਹੀਂ ਤੇ ਨਾ ਲੋਕਾਂ ਨੇ ਇੱਥੋਂ ਜਾਣਾ ਦਿੱਲੀ 'ਚੋਂ। ਉਹ ਸਾਨੂੰ ਹੰਭਾਉਣਾ ਚਾਹੁੰਦੇ ਆ ਵੀ ਲੰਮਾ ਕਰਕੇ, ਨਹੀਂ ਤਾਂ ਇੱਕ ਦਿਹਾੜੀ 'ਚ ਗੱਲ ਨਿਬੜ ਸਕਦੀ ਹੈ ਵੀ ਕਰਨਾ ਜਾਂ ਨਹੀਂ ਕਰਨਾ। ਉਹ ਇਹ ਸਮਝਦੇ ਵੀ ਕਿਤੇ ਕਿਸਾਨ ਪਿੱਛੋਂ ਥੱਕ ਜਾਣਗੇ। ਕਣਕ ਜਿਹੜੇ ਕਿਸਾਨ ਆ ਉਹ ਕਣਕ ਬੀਜ ਕੇ ਆਏ ਆ, ਵੱਢਣ ਵੇਲੇ ਤੱਕ ਬੈਠੇ ਰਹਿਣਗੇ। 6 ਮਹੀਨੇ ਦੀ ਤਿਆਰੀ ਆ ਸਾਡੀ, ਰਾਸ਼ਨ ਪਏ ਆ, ਲੋਕ ਤਾਂ ਜਾਣਾ ਹੀ ਨਹੀਂ ਚਾਹੁੰਦੇ ਦਿੱਲੀ ਤੋਂ। ਇਹ ਹਾਲਾਤ ਆ ਸਾਡੇ। ਇਹ ਤਾਂ ਮਸਾ ਮਨਾ ਬਣੂ ਕੇ ਜਦੋਂ ਕਿਤੇ ਜਿੱਤ ਵੀ ਗਏ ਸੀ ਉਦੋਂ ਵੀ ਮਸਾ ਲਿਜਾਣੇ ਪੈਣੇ ਆ। ਤੇ ਐਮਐਸਪੀ ਦੇ ਉੱਤੇ ਕੀ ਗੱਲਬਾਤ ਹੋਈ ਅੰਦਰ? ਉਹ ਕਹਿੰਦੇ ਐਮਐਸਪੀ ਤੁਹਾਨੂੰ ਕਹਿ ਦਿੰਦੇ ਵੀ ਠੀਕ ਹੈ, ਲਿਖਤੀ ਵਾਲੀ ਕੋਈ ਗੱਲ ਨਹੀਂ ਉਹਦੇ 'ਚ ਵੀ। ਐਮਐਸਪੀ ਦਾ ਮਾਮਲਾ 2 ਨੰਬਰ ਦਾ ਮਾਮਲਾ ਹੈ। ਐਮਐਸਪੀ ਦਾ ਮਾਮਲਾ ਪਹਿਲੇ ਨੰਬਰ ਦਾ ਹੈ ਹੀ ਨਹੀਂ। ਜੇ ਸਾਡੀ ਜ਼ਮੀਨ ਨਾ ਰਹੀ, ਝੋਨਾ ਨਾ ਹੋਇਆ, ਕਣਕ ਨਾ ਹੋਈ, ਫਿਰ ਅਸੀਂ ਐਮਐਸਪੀ ਤੋਂ ਕੀ ਕਰਨਾ? ਭਾਵੇਂ ਐਮਐਸਪੀ ਦੇ ਦੇਣ ਤੇ ਭਾਵੇਂ ਨਾ ਦੇ ਦੇਣ। ਇਹ ਕਿਸਾਨ ਆਗੂ ਇਹ ਵੀ ਮੰਗ ਕਰ ਰਹੇ ਨੇ ਕਈ ਕਿ ਵਿਸ਼ੇਸ਼ ਸੈਸ਼ਨ ਸੱਦਿਆ ਜਾਏ, ਉਹਨਾਂ ਦੇ ਵਿੱਚ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਤੁਹਾਨੂੰ ਲੱਗਦਾ ਹੈ ਕਿ ਇਹ ਮੰਗ ਜਾਇਜ਼ ਹੈ? ਜਿਹੜੇ ਲੋਕ ਬੀਜੇਪੀ ਪੱਖੀ ਹੈ ਉਹ ਇਹ ਲਿਆ ਰਹੇ ਆ ਵੀ ਐਮਐਸਪੀ ਨਾਲ ਸਰ ਜੂਗਾ, ਪਰ ਜਿਹੜੇ ਲੋਕ ਕਿਸਾਨ ਪੱਖੀ ਆ ਲੀਡਰ, ਜਿਹੜੇ ਕਿਸਾਨਾਂ ਨੂੰ ਲੈ ਕੇ ਆਏ ਇੱਥੋਂ ਤੱਕ, ਉਹ ਨਹੀਂ ਪਿੱਛੇ ਹਟਣਗੇ। ਜਿਹੜੇ ਲੀਡਰ ਕਿਸਾਨਾਂ ਨੂੰ ਇਸ ਗੱਲ ਨਾਲ ਬੰਨ੍ਹ ਕੇ ਲਿਆਏ ਵੀ ਆਪਾਂ ਕਾਨੂੰਨ ਵਾਪਸ ਕਰਾਉਣੇ, ਮਤਲਬ ਅੱਜ ਇੰਡੀਆ ਦਾ ਕਿਸਾਨ ਇਹਨੂੰ ਵਾਪਸ ਕਰਾ ਕੇ ਜਾਓ। ਬਲਕਰਨ ਸਿੰਘ ਬਰਾੜ ਜੀ ਸਾਡੇ ਨਾਲ ਨੇ, ਕਿਸਾਨ ਆਗੂ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਕੀ ਮਹਿਸੂਸ ਕਰਦੇ ਹੋ ਅੱਜ ਤੁਸੀਂ? ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਖਾਸ ਨਿਕਲਿਆ? ਮੈਂ ਬਲਕਰਨ ਸਿੰਘ ਬਰਾੜ, ਸਟੇਟ ਵਰਕਿੰਗ ਪ੍ਰੈਜ਼ੀਡੈਂਟ ਆਲ ਇੰਡੀਆ ਕਿਸਾਨ ਸਭਾ ਪੰਜਾਬ। ਜੀ। ਅੱਜ ਦੀ ਜਿਹੜੀ ਬੈਠਕ ਕੇਂਦਰ ਸਰਕਾਰ ਦੇ ਨਾਲ ਹੋਈ ਹੈ ਉਸ ਦਾ ਮਾਹੌਲ ਤਾਂ ਵਧੀਆ ਸੀ। ਸਾਡੀਆਂ ਜਿਹੜੀਆਂ ਮੰਗਾਂ ਨੇ, ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗ ਹੈ ਵੀ ਖੇਤੀ ਦੇ ਨਾਲ ਬਣਾਏ ਗਏ ਤਿੰਨੇ ਕਾਨੂੰਨ ਉਹ ਰੱਦ ਕੀਤੇ ਜਾਣ, ਤੇ ਇੱਕ ਜਿਹੜਾ ਐਮਐਸਪੀ ਹੈ ਜੋ ਫਸਲਾਂ ਦੇ ਰੇਟ ਦਿੱਤੇ ਜਾਂਦੇ ਆ ਕਿਸਾਨਾਂ ਨੂੰ, ਉਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ। ਪਰ ਸਰਕਾਰ ਹੈ ਜਿਹੜੀ ਉਹ ਕਹਿ ਰਹੀ ਹੈ ਵੀ ਐਮਐਸਪੀ ਦਾ ਅਸੀਂ ਵਿਚਾਰ ਕਰ ਰਹੇ ਹਾਂ, ਵਿਚਾਰ ਕਰ ਸਕਦੇ ਹਾਂ, ਤੇ ਜਿਹੜੇ ਖੇਤੀ ਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਉਹ ਸੋਧਾ ਕਰਨਾ ਚਾਹੁੰਦੀ ਹੈ ਵੀ ਅਸੀਂ ਕੋਈ ਸੋਧ ਕਰ ਸਕਦੇ ਹਾਂ, ਰੱਦ ਨਹੀਂ ਕਰ ਸਕਦੇ। ਲੇਕਿਨ ਅਸੀਂ ਜਿਹੜੀ ਇਹ ਕੇਂਦਰ ਸਰਕਾਰ ਦੀ ਪੇਸ਼ਕਸ਼ ਹੈ ਉਸ ਨੂੰ ਪ੍ਰਵਾਨ ਨਹੀਂ ਕੀਤਾ।
ਅਸੀਂ ਇਹ ਕਾਨੂੰਨ ਹੈ ਜਿਹੜੇ ਉਹ ਰੱਦ ਕਰਵਾ ਕੇ ਜਾਵਾਂਗੇ, ਰੱਦ ਕਰਵਾਉਣ ਲਈ ਆਏ ਆ ਤੇ ਇਹੀ ਸਾਡੀ ਮੁੱਖ ਮੰਗ ਹੈ। ਕਾਨੂੰਨ ਰੱਦ ਕਰਵਾਏ ਤੋਂ ਬਿਨਾ ਅਸੀਂ ਅੱਗੇ ਵਾਪਸ ਨਹੀਂ ਜਾਵਾਂਗੇ। ਹੁਣ ਤਾਂ ਕਈ ਦਿਨ ਹੋ ਗਏ ਤੁਹਾਨੂੰ ਵੀ ਦਿੱਲੀ ਆਇਆ ਨੂੰ, ਤੇ ਕਈ ਥਾਵਾਂ ਤੇ ਮੈਂ ਦੇਖ ਰਿਹਾ ਤੁਸੀਂ ਹਿੰਦੀ 'ਚ ਬੜੀ ਗੱਲਬਾਤ ਕਰ ਰਹੇ ਹੋ, ਸਿੱਖ ਗਏ ਹੈ? ਇਹ ਤਾਂ ਹੈ ਜੀ, ਜਦੋਂ ਕਈ ਵਾਰੀ ਹਿੰਦੀ ਚੈਨਲ ਵਾਲੇ ਆਉਂਦੇ ਆ ਲਗਾਤਾਰ ਉਹਨਾਂ ਨਾਲ ਹਿੰਦੀ ਬੋਲਦੇ ਰਹਿੰਦੇ ਆ, ਤਾਂ ਉਸ ਤੋਂ ਬਾਅਦ ਪੰਜਾਬੀ ਚੈਨਲ ਦੇ ਵਿੱਚ ਵੀ ਲਗਾਤਾਰ ਕਈ ਵਾਰੀ ਅਸੀਂ ਵਿੱਚ ਹਿੰਦੀ ਬੋਲਣ ਲੱਗ ਜਾਂਦੇ ਆ। ਜਿਵੇਂ ਉਹ ਕਈ ਵਾਰੀ ਇੱਕ ਚੁਟਕਲਾ ਸੀ ਵੀ ਇੱਕ ਕਿਸਾਨ ਨੇ ਕਿਸੇ ਬਿਹਾਰੀ ਮਜ਼ਦੂਰ ਨੂੰ ਪੁੱਛਿਆ, ਕਹਿੰਦਾ ਹਮਨੇ ਤੁਮੇ 5 ਕਿੱਲਾ ਝੋਨਾ ਲਗਾने के लिए कहा, ਤੁਸੀਂ ਲਾਤੀ ਨਹੀਂ ਲਾਈ। ਕੀ ਬਾਤ ਹੈ। ਤੁਸੀਂ ਕੇਂਦਰੀ ਮੰਤਰੀਆਂ ਦੇ ਅੱਗੇ ਬੈਠੇ ਤੇ ਆਪਾਂ ਜਦੋਂ ਪੰਜਾਬ ਦੇ ਵਿੱਚ ਜਿਹੜਾ ਆਮ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਵਾਸਤੇ ਤੇ ਪਹਿਲਾਂ ਇਹ ਹੁੰਦੇ ਸੀ ਪਤਾ ਨਹੀਂ ਉੱਥੇ ਕਿਹੜੇ ਮੰਤਰੀ ਬੈਠੇ ਨੇ, ਕਿਵੇਂ ਸਿਆਸਤਦਾਨ ਨੇ ਤੇ ਕਿਵੇਂ ਨੀਤੀਆਂ ਬਣਾਉਂਦੇ ਨੇ। ਅੱਜ ਜਦੋਂ ਤੁਸੀਂ ਉਹਨਾਂ ਦੇ ਬਿਲਕੁਲ ਸਾਹਮਣੇ ਬੈਂਚ ਲਾ ਕੇ ਬੈਠੇ ਹੋਏ, ਕੁਰਸੀਆਂ ਉੱਤੇ ਬੈਠੇ ਹੋਏ, ਤਾਂ ਤੁਸੀਂ ਕੀ ਮਹਿਸੂਸ ਕੀਤਾ ਕਿ ਉਹ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਐਕਸਪਰਟ ਹੈਗੇ ਆ, ਤੇ ਦੂਜੇ ਪਾਸੇ ਜਿਹੜੇ ਕਿਸਾਨ ਤਜਰਬੇਕਾਰ ਜਿਨ੍ਹਾਂ ਨੇ ਜ਼ਮੀਨੀ ਹਕੀਕਤ ਦੇਖੀ ਸੀ, ਕੌਣ ਕਿਹਦੇ ਤੇ ਭਾਰੀ ਪਿਆ? ਦੇਖੋ, ਮੈਂ ਇੱਕ ਗੱਲ ਦੇਖ ਰਿਹਾ, ਕੇਂਦਰ ਦੇ ਮੰਤਰੀ, ਕੇਂਦਰ ਦੇ ਪ੍ਰਸ਼ਾਸਕ ਨੇ ਜਿਹੜੇ, ਉਹਨਾਂ ਤੋਂ ਇਲਾਵਾ ਮੀਡੀਆ ਦੇ ਬੜੇ ਪਰਸਨ ਨੇ, ਜਿਹੜਾ ਕੇਂਦਰ ਸਰਕਾਰ ਦਾ ਮੀਡੀਆ ਜਿਹਨਾਂ ਨੂੰ ਆਪਾਂ ਗੋਦੀ ਮੀਡੀਆ ਦਾ ਨਾਮ ਵੀ ਦਿੰਦੇ ਆ, ਉਹ ਵਾਰ-ਵਾਰ ਕਈ ਗੱਲਾਂ ਇਹੋ ਜਿਹੀਆਂ ਕਿਸਾਨ ਆਗੂਆਂ ਦੇ ਮੂੰਹਾਂ ਦੇ ਵਿੱਚੋਂ ਕਢਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕੀ ਤੁਹਾਨੂੰ ਮਤਲਬ ਕਿ ਇੰਨੀ ਕੁ ਸੋਧ ਕਰ ਦਈਏ ਤੁਸੀਂ ਵਾਪਸ ਚਲੇ ਜਾਓਗੇ। ਲੇਕਿਨ ਜਿਹੜੀ ਕਿਸਾਨ ਲੀਡਰਸ਼ਿਪ ਤਾਂ ਜਿਹੜੀ ਦਿੱਲੀ ਪਹੁੰਚੀ ਹੋਈ ਹੈ, ਉਹ ਤਾਂ ਕੀ, ਮੈਂ ਜਦੋਂ ਰੇਲਵੇ ਦੇ ਧਰਨੇ ਸਾਡੇ ਬਠਿੰਡਾ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਚੱਲ ਰਹੇ ਸੀ, ਸਾਨੂੰ ਪੱਤਰਕਾਰ ਆਉਂਦੇ ਸੀ, ਇੱਕ ਆਮ ਕਿਸਾਨ ਨੂੰ ਵੀ ਜਦੋਂ ਪੁੱਛਦੇ ਸੀ ਉਹ ਵੀ ਇਹੀ ਜਵਾਬ ਦਿੰਦਾ ਸੀ ਵੀ ਇਹ 3 ਕਾਨੂੰਨ ਹੈ ਜਿਹੜੇ ਉਹ ਰੱਦ ਕਰਾ ਕੇ ਰਹਿਣੇ, ਹੋਰ ਕੋਈ ਗੱਲ ਹੀ ਨਹੀਂ ਕਰਨੀ। ਠੀਕ ਹੈ ਜੀ। ਹਾਂ, ਉਹਨਾਂ ਨੇ ਵਾਰ-ਵਾਰ ਕਈ ਵਾਰ ਚੈਨਲਾਂ ਵਾਲੇ ਸਵਾਲ ਪੁੱਛਦੇ ਆ ਜੀ ਤੁਹਾਨੂੰ ਰੇਟ ਦੇ ਦਈਏ, ਤੁਹਾਡਾ ਇਹ ਹੋ ਜੇ, ਤੁਹਾਡਾ ਉਹ ਹੋ ਜੇ, ਤਾਂ ਹਰ ਕਿਸਾਨ ਹੈ ਜਿਹੜਾ, ਦੇਖੋ ਜਦੋਂ ਅੱਜ ਤੋਂ 6 ਮਹੀਨੇ ਪਹਿਲਾਂ ਇਹ ਮਈ ਦੇ ਮਹੀਨੇ ਐਜੀਟੇਸ਼ਨ ਹੈ ਜਿਹੜੀ ਉਹ ਥੋੜੀ ਬਿਜਲੀ ਦੇ ਮਤਲਬ ਕਿ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਸ਼ੁਰੂ ਹੋਈ ਸੀ। ਉਸ ਤੋਂ ਬਾਅਦ 5 ਜੂਨ ਨੂੰ ਇਹ ਆਰਡੀਨੈਂਸ ਆਏ ਨੇ। 5 ਜੂਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਬਹੁਤ ਸਾਰੇ ਐਕਸ਼ਨ ਪੰਜਾਬ ਦੇ ਵਿੱਚ ਅਸੀਂ ਕੀਤੇ, ਜਿਨ੍ਹਾਂ ਦੇ ਵਿੱਚ ਪਹਿਲਾਂ ਘਰਾਂ ਦੇ ਉੱਪਰ ਝੰਡੇ ਲਹਿਰਾਏ ਗਏ, ਥਾਲੀਆਂ ਵੀ ਖੜਕਾਈਆਂ। ਉਸ ਤੋਂ ਅੱਗੇ ਆ ਕੇ ਅਸੀਂ ਪੈਟਰੋਲ ਪੰਪਾਂ ਤੇ ਮੁਜ਼ਾਹਰੇ ਵੀ ਕੀਤੇ, ਫਿਰ ਟਰੈਕਟਰ ਮਾਰਚ ਕੱਢਿਆ, ਫਿਰ ਮੋਟਰਸਾਈਕਲ ਮਾਰਚ ਕੱਢਿਆ ਤੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ। ਇਸ ਤੋਂ ਅੱਗੇ ਆ ਕੇ ਰੇਲਵੇ ਲਾਈਨ ਦੇ ਉੱਪਰ ਜਾਂ ਟੋਲ ਪਲਾਜ਼ਿਆਂ ਦੇ ਉੱਪਰ ਜਿਹੜਾ ਜਾਮ ਕਰਨ ਦਾ ਐਲਾਨ, ਇਹਦੇ ਵਿੱਚ ਅਸੀਂ 25 ਸਤੰਬਰ ਨੂੰ ਇੱਕ ਆਲ ਇੰਡੀਆ ਦਾ ਐਕਸ਼ਨ ਕੀਤਾ, ਜਿਹਦੇ ਵਿੱਚ ਸਾਰੇ ਦੇਸ਼ 'ਚ ਹੰਗਾਰਾ ਮਿਲਿਆ। ਤੇ 25 ਸਤੰਬਰ ਤੋਂ ਬਾਅਦ 1 ਅਕਤੂਬਰ ਤੋਂ ਲੈ ਕੇ ਲਗਾਤਾਰ ਅਸੀਂ 55-56 ਦਿਨ ਰੇਲਵੇ ਲਾਈਨਾਂ ਦੇ ਉੱਪਰ ਰਹੇ ਤੇ ਕਿਸਾਨਾਂ ਦਾ ਲੀਡਰਸ਼ਿਪ ਦਾ ਐਕਸਪੀਰੀਅੰਸ ਤਾਂ ਹੋਣਾ ਹੀ ਸੀ ਤੇ ਉਸ ਦੇ ਨਾਲ ਕਿਸਾਨਾਂ ਦਾ ਵੀ ਪੂਰਾ ਤਜਰਬਾ ਹੋਇਆ। ਕਿਸਾਨ ਇਸ ਗੱਲ ਨੂੰ ਸਮਝ ਗਏ। ਪਹਿਲਾਂ ਇਹ ਗੱਲ ਕੱਲਾ ਪੰਜਾਬ ਦਾ ਕਿਸਾਨ ਸਮਝ ਰਿਹਾ ਸੀ ਜਿਹਨੇ ਲੜਾਈ ਸ਼ੁਰੂ ਕੀਤੀ। ਉਦੋਂ ਬਾਅਦ ਜਿਵੇਂ ਜਿਹੜਾ 25 ਸਤੰਬਰ ਦਾ ਅਸੀਂ ਭਾਰਤ ਦਾ ਬੰਦ ਕੀਤਾ, ਉਸ ਦੇ ਵਿੱਚ ਅਸੀਂ ਦੇਖਿਆ ਕਿਸਾਨਾਂ ਦੇ ਨਾਲ ਖੇਤ ਮਜ਼ਦੂਰ, ਆੜਤੀਆ, ਇਹਦੇ ਨਾਲ ਸ਼ੈਲਰ ਮਾਲਕ, ਆਟਾ ਚੱਕੀ ਮਾਲਕ, ਦੁਕਾਨਦਾਰ, ਉਹਨਾਂ ਨੇ ਪੂਰਾ ਸਾਥ ਦਿੱਤਾ। ਮਾਇਕ ਤੌਰ ਤੇ ਵੀ ਧਰਨਿਆਂ ਵਿੱਚ ਸ਼ਾਮਲ ਹੋ ਕੇ ਵੀ ਬਕਾਇਦਾ ਸਟੇਜਾਂ ਤੋਂ ਬੋਲੇ, ਆੜਤੀਆਂ ਦੇ ਪ੍ਰਤੀਨਿਧ, ਮਜ਼ਦੂਰ ਜਥੇਬੰਦੀਆਂ ਦੇ ਪ੍ਰਤੀਨਿਧ, ਕਿਉਂਕਿ ਸਮਾਜ ਨੇ ਇਹ ਗੱਲ ਸਾਡੇ ਨੇ ਸਾਰੇ ਨੇ ਪੰਜਾਬ 'ਚ ਪਹਿਲਾਂ ਸਮਝ ਲਈ ਕਿ ਜਿਹੜੀ ਇਹ ਲੜਾਈ ਹੈ ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ, ਇਹ ਕੋਈ MSP ਦੀ ਲੜਾਈ ਨਹੀਂ। ਫਿਰ ਕੇਂਦਰ ਸਰਕਾਰ ਨੇ ਦੇਸ਼ ਦੇ ਦੂਜੇ ਭਾਗਾਂ ਦੇ ਵਿੱਚ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਅੰਦੋਲਨ ਹੈ ਪੰਜਾਬ ਤੇ ਹਰਿਆਣੇ ਦੀ ਸਰਕਾਰੀ ਖਰੀਦ MSP ਦੀ ਲੜਾਈ ਹੈ। ਲੋਕਾਂ ਅਸੀਂ ਪੂਰੇ ਦੇਸ਼ ਦੇ ਵਿੱਚ ਆਲ ਇੰਡੀਆ ਪੱਧਰ ਤੇ ਸਾਡੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਹੈ ਜਿਹੜੀ, ਜਿਸ ਦੇ ਵਿੱਚ 250 ਕਿਸਾਨ ਜਥੇਬੰਦੀ ਹੈ, ਉਹ ਜਿਹੜੀ ਮੰਦਸੌਰ ਦੇ ਵਿੱਚ ਸਰਕਾਰੀ ਖਰੀਦ ਨੂੰ ਲੈ ਕੇ, ਸਰਕਾਰੀ ਰੇਟ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ ਸੀ। 6 ਕਿਸਾਨ ਸ਼ਹੀਦ ਕੀਤੇ ਸੀ ਉਹਦੇ ਮੱਧ ਪ੍ਰਦੇਸ਼ ਦੀ ਸਰਕਾਰ ਨੇ। ਉਦੋਂ ਤੋਂ ਲੈ ਕੇ ਇਹ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਬਣੀ ਸੀ। ਉਸ ਤੋਂ ਲੈ ਕੇ ਅਸੀਂ ਆਲ ਇੰਡੀਆ ਪੱਧਰ ਤੇ ਮੀਟਿੰਗਾਂ ਕੀਤੀਆਂ ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਦੂਜੇ ਮੋਰਚੇ ਸੀ, ਕਿਸਾਨ ਮਹਾਸੰਘ ਤੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਗਿਆ। ਤੇ ਜਿਹੜਾ ਇਸ
ਅੰਦੋਲਨ ਨੂੰ ਪੂਰੇ ਦੇਸ਼ ਦੇ ਵਿੱਚ ਲਿਜਾਣ 'ਚ ਕਾਮਯਾਬ ਰਿਹਾ। ਹਰਿਆਣੇ ਦੇ ਵਿੱਚ ਪਰਚੇ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ, ਪੰਜਾਬ ਦੇ ਵਿੱਚ ਪਹਿਲਾਂ ਪਰਚੇ ਦਿੱਤੇ ਕਿਸਾਨਾਂ ਦੇ, ਪਰ ਸਾਡੇ ਅੰਦੋਲਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਵੀ ਪਰਚੇ ਵਾਪਸ ਕੀਤੇ ਤੇ ਹੁਣ ਕੇਂਦਰ ਸਰਕਾਰ ਹੈ ਜਿਹੜੀ ਬਿੱਲਾਂ ਤੇ ਅੜੀ ਹੋਈ ਸੀ ਉਸ ਨੂੰ ਵੀ ਇਹ ਕਾਨੂੰਨ ਹੈ ਜਿਹੜੇ ਉਹ ਵਾਪਸ ਲੈਣੇ ਪੈਣਗੇ, ਕਿਉਂਕਿ ਹੁਣ ਸਾਰੇ ਦੇਸ਼ ਦਾ ਜਿਹੜਾ ਕਿਸਾਨ ਮਜ਼ਦੂਰ ਆਲ ਇੰਡੀਆ ਮੋਟਰ ਟਰਾਂਸਪੋਰਟ ਨੇ ਸਾਡੀ ਹਮਾਇਤ ਕੀਤੀ ਹੈ, ਬੁੱਧੀਜੀਵੀਆਂ ਨੇ ਸਾਡੀ ਹਮਾਇਤ ਕੀਤੀ ਹੈ, ਟੈਕਸੀ ਯੂਨੀਅਨ ਨੇ ਸਾਡੀ ਹਮਾਇਤ ਕੀਤੀ ਹੈ। ਦਿੱਲੀ ਦਾ ਹਰ ਨਿਵਾਸੀ ਬੇਸ਼ੱਕ ਉਹ ਟ੍ਰੈਫਿਕ ਤੋਂ ਤੰਗ ਹੈ, ਸੜਕਾਂ ਬੰਦ ਹੋ ਰਹੀਆਂ ਨੇ, ਪਰ ਫਿਰ ਵੀ ਸਾਡੀ ਉਹ ਹਮਾਇਤ ਕਰ ਰਿਹਾ। ਇੱਕ ਹੋਰ ਹਾਸੀ ਵਾਲੀ ਗੱਲ ਹੈ ਵੀ ਅਸੀਂ ਪੁਲਿਸ ਮੁਲਾਜ਼ਮ ਜਿਹੜੇ ਡੰਡੇ ਲਈ ਖੜੇ ਆ ਉਹਨਾਂ ਤੋਂ ਆਮ ਤੌਰ ਤੇ ਡਰਦੇ ਹੁੰਦੇ ਆ ਵੀ ਸਾਡੇ 'ਤੇ ਲਾਠੀਚਾਰਜ ਕਰਨਗੇ। ਜਦੋਂ 2 ਦਿਨ ਪਹਿਲਾਂ ਅਸੀਂ ਮੀਟਿੰਗ ਕਰਕੇ ਇੱਧਰੋਂ ਗਏ ਆ ਸਿੰਧੂ ਬਾਰਡਰ ਤੇ ਸਾਨੂੰ ਕਵੇਲਾ ਹੋ ਗਿਆ, ਕਿਉਂਕਿ ਸਾਡੀਆਂ ਜਿਹੜੀਆਂ ਟਰਾਲੀਆਂ ਹੈ ਉਹ ਦੂਸਰੇ ਇੱਧਰ ਬਹਾਦਰਗੜ੍ਹ ਵਾਲੇ ਬਾਰਡਰ ਵਾਲੇ ਪਾਸੇ ਰੁਕੀਆਂ ਹੋਈਆਂ। ਜਦੋਂ ਅਸੀਂ ਰਾਤ ਨੂੰ ਗਏ ਉੱਥੇ ਉਤਰੇ ਤਾਂ ਉਹ ਟਰਾਲੀਆਂ ਸਾਡੀਆਂ 5-6 ਕਿਲੋਮੀਟਰ ਪਿੱਛੇ ਹੈ ਜਿੱਥੇ ਬੱਸ ਨੇ ਉਤਾਰਿਆ। ਤਾਂ ਉੱਥੇ ਇੱਕ ਮੋਟਰਸਾਈਕਲ ਵਾਲਾ ਆਇਆ, ਉਸਨੂੰ ਅਸੀਂ ਹੱਥ ਕੀਤਾ, ਉਸਨੂੰ ਦੱਸਿਆ ਵੀ ਐਂ ਕਰਕੇ ਉੱਧਰ ਜਾਣਾ ਹੈ ਵੀ ਅਸੀਂ ਧਰਨੇ 'ਚ ਆਏ ਹੋਏ ਹਾਂ। ਉਹਨੇ ਸਾਨੂੰ ਬਿਠਾ ਲਿਆ, ਉਹ 5-6 ਕਿਲੋਮੀਟਰ ਸਾਈਡ ਤੋਂ ਘੁਮਾ ਕੇ ਸ਼ਹਿਰ ਦੇ ਵਿੱਚ ਲਿਜਾ ਕੇ ਗਿਆ। ਜਦੋਂ ਅਸੀਂ ਉਹਦਾ ਧੰਨਵਾਦ ਕੀਤਾ ਤਾਂ ਸਾਨੂੰ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ ਜਦੋਂ ਉਸਨੇ ਉੱਤੋਂ ਕੋਟ ਤਾਰ ਕੇ ਸਾਨੂੰ ਆਪਦੀ ਇੱਕ ਨੇਮ ਪਲੇਟ ਦਿਖਾਈ ਕਿ ਉਹ ਕਿਸੇ ਥਾਣੇ ਦਾ SHO ਸੀ। ਤੇ ਇਹ ਮੈਂ ਘਟਨਾ ਤਾਂ ਦੱਸ ਰਿਹਾ ਵੀ ਇਹ ਜਿਹੜੇ ਪੁਲਿਸ ਮੁਲਾਜ਼ਮ ਹੈ, ਇੱਕ ਨੌਜਵਾਨ ਸਾਨੂੰ ਉਸ ਤੋਂ ਇੱਕ ਦਿਨ ਪਹਿਲਾਂ ਲੈ ਕੇ ਗਿਆ। ਮੈਂ ਸੋਚਿਆ ਸ਼ਾਇਦ ਕਿਸਾਨ ਦਾ ਬੇਟਾ ਹੋਊਗਾ, ਜਦੋਂ ਉਤਰ ਕੇ ਉਸ ਤੋਂ ਨਾਂ ਪੁੱਛਿਆ ਤਾਂ ਉਸਨੇ ਦੱਸਿਆ ਵੀ ਮੈਂ ਸੰਦੀਪ ਅਗਰਵਾਲ ਆ। ਉਹ ਇੱਕ ਅਗਰਵਾਲ ਭਾਈਚਾਰੇ ਨਾਲ ਦੁਕਾਨਦਾਰੀ ਨਾਲ ਸੰਬੰਧ ਰੱਖਦਾ ਸੀ ਤੇ ਉਸ ਦੀ ਜੁੱਤੀਆਂ ਦੀ ਫੈਕਟਰੀ ਸੀ। ਅੱਛਾ ਜੀ। ਮੈਂ ਤੁਹਾਨੂੰ ਇਹ ਗੱਲਾਂ ਦੱਸ ਕੇ ਸਿੱਧ ਕਰਨਾ ਚਾਹੁੰਦਾ ਵੀ ਦੇਸ਼ ਦਾ ਹਰ ਵਾਸੀ ਇਸ ਕਿਸਾਨ ਅੰਦੋਲਨ ਦੀ ਜਿਹੜਾ ਇੱਕ ਇਤਿਹਾਸਕ ਅੰਦੋਲਨ ਬਣ ਗਿਆ ਹੈ, ਬਣ ਜਾ ਰਿਹਾ ਉਸ ਤੋਂ ਵੱਡਾ, ਤੇ ਉਸ ਦੀ ਹਮਾਇਤ ਕਰ ਰਿਹਾ। ਹੁਣ ਤੱਕ ਕੇਵਲ ਤੇ ਕੇਵਲ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਉਸ ਨੂੰ ਸਮਝਣਾ ਪੈਣਾ ਹੈ ਕਿ ਉਸਨੇ ਦੇਸ਼ ਦਾ ਜਿਹੜਾ ਅੰਨਦਾਤਾ ਸੜਕਾਂ ਤੇ ਰਾਤਾਂ ਕੱਟ ਰਿਹਾ, ਪਿਛਲੇ 5-6 ਮਹੀਨੇ ਤੋਂ ਅੰਦੋਲਨ ਕਰ ਰਿਹਾ, ਉਸ ਦੀ ਗੱਲ ਉਸ ਨੂੰ ਸੁਣਨੀ ਪੈਣੀ ਹੈ। ਜਿਹੜਾ ਅੰਨਦਾਤੇ ਨੂੰ ਛੱਡ ਕੇ ਧੰਨਦਾਤੇ ਦੇ ਦਬਾਅ ਦੇ ਵਿੱਚ ਧੰਨਦਾਤਾ ਮੋਦੀ ਦੇ ਪਿੱਛੇ ਬੈਠਾ ਹੋਇਆ ਫੈਸਲੇ ਕਰਵਾ ਰਿਹਾ, ਉਸ ਧੰਨਦਾਤਾ ਜਿਹੜਾ ਉਸ ਨੂੰ ਤੀਰ ਪਕੜਾ ਰਿਹਾ ਤੇ ਮੋਦੀ ਉਹ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਪਾਰੀਆਂ ਦੇ ਹਿੱਕ ਦੇ ਵਿੱਚ ਤੀਰ ਮਾਰ ਰਿਹਾ, ਤਾਂ ਹੁਣ ਉਹ ਮੋਦੀ ਨੂੰ ਤੀਰ ਆਪਦੇ ਵਾਪਸ ਲੈਣੇ ਪੈਣਗੇ। ਬਰਾੜ ਸਾਹਿਬ, 2 ਸ਼ਬਦਾਂ ਦੇ ਵਿੱਚ ਆਪਾਂ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਜਾਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਕੀ ਕਹੋਗੇ? ਮੈਂ ਨਰਿੰਦਰ ਮੋਦੀ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇੱਕ ਜਿਹੜਾ ਦੇਸ਼ ਦਾ ਹਾਕਮ ਹੈ, ਸਾਡਾ ਡੈਮੋਕ੍ਰੈਟਿਕ ਸਿਸਟਮ ਹੈ, ਉਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੇਸ਼ ਦੇ ਲੋਕ ਕਿੰਨੇ ਤੰਗ ਹੈ। ਹਰ ਵਰਗ ਵਿਰੋਧ ਕਰ ਰਿਹਾ, ਇੱਥੋਂ ਤੱਕ ਕਿ ਬੁੱਧੀਜੀਵੀ ਅਰਥ ਸ਼ਾਸਤਰੀਆਂ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਉਸ ਨੂੰ ਲੋਕਾਂ ਦੇ ਅੰਦੋਲਨ ਨੂੰ ਸਮਝਣਾ ਚਾਹੀਦਾ, ਦਿਲ ਵੱਡਾ ਕਰਕੇ ਆਪਣੀ ਹਉਮੈ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਤੇ ਜਿਹੜੇ ਇਹ ਗੈਰ ਸੰਵਿਧਾਨਕ ਫੈਸਲੇ ਹੋਏ ਆ, ਜਿਵੇਂ ਕਿ ਜਿਹੜਾ ਖੇਤੀਬਾੜੀ ਦਾ ਵਿਸ਼ਾ ਹੈ ਉਹ ਸਟੇਟ ਦਾ ਵਿਸ਼ਾ ਹੈ, ਐਜੂਕੇਸ਼ਨ ਸਟੇਟ ਦਾ ਵਿਸ਼ਾ ਹੈ, ਹੋਰ ਵੀ ਬੜੇ ਬਿੱਲ ਪਾਸ ਹੋਏ ਨੇ, ਤੇ ਜਿਵੇਂ ਕਿ GST ਵਗੈਰਾ ਉਹ ਸਾਰੇ ਸਾਡੀਆਂ ਸਟੇਟ ਸਰਕਾਰਾਂ ਦੇ ਅਧਿਕਾਰ ਨੇ। ਜਿਹੜੇ ਇਹ ਪੋਲੀਟੀਕਲ ਮਸਲੇ ਨੇ, ਇਹਨਾਂ ਤੇ ਮਤਲਬ ਕਿ ਉਹ ਕਾਨੂੰਨ ਹੈ ਜਿਹੜੇ ਉਹ ਵਾਪਸ ਲੈਣੇ ਚਾਹੀਦੇ ਆ। ਉਹ ਦੇਸ਼ ਦੇ ਸੰਵਿਧਾਨ ਦੀ ਉਸ ਨੂੰ ਮਤਲਬ ਕਿ ਕਦਰ ਕਰਨੀ ਚਾਹੀਦੀ ਹੈ। ਇਹ ਸੰਵਿਧਾਨ ਹੈ ਜਿਹੜਾ ਸਾਡੀ 200 ਸਾਲ ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਕੱਢਿਆ ਗਿਆ, ਹੋਂਦ 'ਚ ਆਇਆ। ਇਹ ਲੋਕਾਂ ਦੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ, ਲੋਕਾਂ ਦੇ ਬੜੇ ਉਸਨੇ ਸਨੇਹਪੂਰਵਕ ਇਸ ਦਾ ਆਦਰ ਕਰਦੇ ਨੇ। ਅੱਜ ਅਸੀਂ ਮਾਣ ਕਰਦੇ ਹਾਂ ਵੀ ਅਸੀਂ ਇੱਕ ਡੈਮੋਕ੍ਰੈਟਿਕ ਸਿਸਟਮ 'ਚ ਰਹਿ ਰਹੇ ਹਾਂ। ਦੁਨੀਆ ਦਾ ਸਭ ਤੋਂ ਵੱਡਾ ਆਬਾਦੀ ਦੇ ਤੌਰ ਤੇ ਲੋਕਤੰਤਰ ਹੈ ਤੇ ਉਹਨੂੰ ਲੋਕਤੰਤਰੀ ਅਧਿਕਾਰਾਂ ਦੀ ਮਤਲਬ ਕਿ ਸਨਮਾਨ ਕਰਦੇ ਹੋਏ ਤੇ ਜਿਹੜੇ ਫਾਸ਼ੀਵਾਦੀ ਰੁਚੀਆਂ ਇਹਨਾਂ ਨੂੰ ਛੱਡਣਾ ਚਾਹੀਦਾ ਤੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ, ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ। ਸੋ ਦਿੱਲੀ ਦੇ ਜਿਹੜੇ ਬਾਰਡਰ ਹੈਗੇ ਨੇ ਉਹ ਤਾਂ ਹੁਣ ਪੰਜਾਬੀਆਂ ਦੇ ਘਰ ਲੱਗਣ ਲੱਗ ਗਏ ਨੇ ਤੇ ਹੋਰ ਵੀ ਜਿਹੜੇ ਕਿਸਾਨ ਆ ਇਹਨਾਂ ਨੂੰ ਘਰ ਲੱਗਣ ਲੱਗ ਗਏ ਨੇ। ਇਹ ਦਿੱਲੀ ਦੇ ਬਾਰਡਰਾਂ ਤੋਂ ਇੱਧਰ ਜਦੋਂ ਵਿਗਿਆਨ ਭਵਨ ਆਉਂਦੇ ਆ, ਬੱਸਾਂ ਦੇ ਵਿੱਚ ਇਦਾਂ ਸਫ਼ਰ ਕਰਦੇ ਆ ਤੇ ਕੀ ਫੀਲਿੰਗ ਆਉਂਦੀ ਆ ਤੁਹਾਨੂੰ? ਇਹ ਨਾ ਹੁਣ ਇਕੱਲੇ ਹੁਣ ਦਿੱਲੀ ਆ ਕੇ ਨਹੀਂ, ਕਦੋਂ ਹੁਣ ਜਦੋਂ ਮੰਨ ਲਓ ਜਦੋਂ ਤੋਂ ਅੰਦੋਲਨ ਪਿੰਡਾਂ ਦੇ ਵਿੱਚ ਤਾਂ ਐਵੇਂ ਬਰਾਤਾਂ ਜਾਂਦੀਆਂ ਹੁੰਦੀਆਂ ਸੀ। ਨਹੀਂ, ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਚੰਡੀਗੜ੍ਹ ਮੀਟਿੰਗਾਂ ਹੋ ਰਹੀਆਂ ਨੇ ਮੋਰਚੇ ਦੀਆਂ, ਕਦੇ ਦਿੱਲੀ ਦੀਆਂ ਮੀਟਿੰਗਾਂ ਆ ਰਹੀਆਂ ਨੇ। ਇੱਕ ਪੈਰ ਚੰਡੀਗੜ੍ਹ, ਇੱਕ ਦਿੱਲੀ ਤੇ ਇੱਕ ਬਠਿੰਡੇ ਰਹਿੰਦਾ। ਹੁਣ ਤਾਂ ਇਹ ਨਹੀਂ ਪਤਾ ਹੁੰਦਾ ਵੀ ਸਵੇਰ ਨੂੰ ਕਈ ਵਾਰੀ ਮੇਰੇ ਪਿੰਡ ਦਾ ਇੱਕ ਮੁੰਡਾ ਕਹਿੰਦਾ ਵੀ ਪ੍ਰਧਾਨ ਜੀ ਤੁਸੀਂ ਸਵੇਰੇ ਸਵੇਰੇ ਕਿੱਥੇ? ਕੱਲ ਸ਼ਾਮ ਨੂੰ ਤਾਂ ਮੈਂ ਤੁਹਾਨੂੰ ਮੀਡੀਆ ਨੂੰ ਬਾਈਟ ਦਿੰਦਿਆਂ ਚੰਡੀਗੜ੍ਹ ਦੇਖਿਆ ਸੀਗਾ। ਚੰਡੀਗੜ੍ਹ ਕਈ ਵਾਰੀ ਚੰਡੀਗੜ੍ਹੋਂ ਸ਼ਾਮ ਨੂੰ 7 ਵਜੇ ਬੱਸ ਫੜ ਕੇ ਤੇ ਰਾਤ ਨੂੰ 12 ਵਜੇ ਬਠਿੰਡੇ ਪਹੁੰਚੀਦਾ, ਤਾਂ ਅਗਲੇ ਦਿਨ ਸਵੇਰੇ ਅਗਲੇ ਨੂੰ ਹੈਰਾਨੀ ਹੁੰਦੀ ਹੈ ਵੀ ਰਾਤ ਤਾਂ TV ਤੇ ਬੋਲ ਰਿਹਾ ਸੀ। ਮੈਂ ਬਲਦੇਵ ਸਿੰਘ ਨਿਹਾਲਗੜ੍ਹ, ਸੂਬਾ ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ ਪੰਜਾਬ।
ਤੇ ਜਿਹੜੀ ਅੱਜ ਮੀਟਿੰਗ ਹੋਈ ਹੈ ਉਹ ਬੜੇ ਸ਼ਾਂਤੀਪੂਰਨ ਮਾਹੌਲ ਦੇ ਵਿੱਚ ਹੋਈ ਹੈ। ਸਰਕਾਰ ਸਾਨੂੰ ਜਾਂਦਿਆਂ ਕਹਿੰਦੀ ਵੀ ਤੁਸੀਂ ਆਪਣਾ ਪੱਖ ਰੱਖੋ। ਅਸੀਂ ਕਿਹਾ ਵੀ ਸਾਨੂੰ 3 ਮੀਟਿੰਗਾਂ ਹੋ ਗਿਆ ਆਪਣਾ ਪੱਖ ਰੱਖਦਿਆਂ ਨੂੰ, ਐਤਕੀ ਤੁਸੀਂ ਆਪਣਾ ਪੱਖ ਰੱਖੋ। ਫਿਰ ਕੇਂਦਰੀ ਜਿਹੜਾ ਖੇਤੀ ਮੰਤਰੀ ਜੀ ਨੇ ਪੂਰੇ ਪੌਣੇ ਘੰਟੇ 'ਚ ਸਰਕਾਰ ਦੀ 3 ਕਾਨੂੰਨਾਂ ਦੀ ਵਿਆਖਿਆ ਕੀਤੀ ਵੀ ਇਸ ਵਜ੍ਹਾ ਕਰਕੇ ਇਹ ਕਿਸਾਨ ਪੱਖੀ ਕਾਨੂੰਨ ਨੇ, ਇਹ ਆ ਗੱਲਾਂ ਨੇ ਜਿਹੜੀਆਂ ਕਿਸਾਨ ਪੱਖੀ ਨੇ। ਜਦੋਂ ਕਿ ਫਿਰ ਉਹ ਹਟਿਆ ਤਾਂ ਅਸੀਂ ਉਹਨੂੰ ਕਿਹਾ ਵੀ ਇਹ ਜਿਹੜਾ ਤੁਹਾਡਾ ਗੱਲ ਹੈ ਇਹ ਸਿਰਫ ਆਪਣੀ ਗੱਲ ਆਪਣੀ ਚੀਜ਼ ਨੂੰ ਅਗਲਾ ਘਮਾਰੀ ਆਪਣੇ ਜਿਵੇਂ ਕਹਿੰਦੇ ਨੇ ਭਾਂਡੇ ਨੂੰ ਸਰਾਉਂਦੀ ਆ, ਉਹ ਗੱਲ ਹੈ। ਇਦੋਂ ਵੱਧ ਇਹਦੇ 'ਚ ਕੁਝ ਨਹੀਂ। ਅਸੀਂ ਉਹਨੂੰ ਫਿਰ ਅਸੀਂ ਕਿਹਾ ਵੀ ਇਹਦੇ 'ਚ ਸਾਡੇ ਤਰਕ ਕੀ ਨੇ। ਸਾਡੇ ਜਿਹੜੇ ਮਾਹਿਰ ਸੀ ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਕੱਲੇ ਨੂੰ ਕਲਾਜ਼ ਵਾਈਜ਼ ਉਹ 'ਤੇ ਕੱਲੇ ਤੇ ਡਿਸਕਸ਼ਨ ਕੀਤੀ ਵੀ ਇਹ ਇਸ ਗੱਲੋਂ ਪ੍ਰੋਟੈਕਸ਼ਨ ਨਹੀਂ ਦੇ ਰਿਹਾ ਕਿਸਾਨੀ ਨੂੰ, ਇਹ ਇਸ ਗੱਲੋਂ ਨਹੀਂ ਦੇ ਰਿਹਾ। ਇੱਕ ਤੇ ਕੀਤਾ 3 ਕਾਨੂੰਨਾਂ ਦਾ, ਤਾਂ ਸਰਕਾਰ ਦੇ ਮੰਤਰੀਆਂ ਕੋਲ ਉਹਦਾ ਕੋਈ ਜਵਾਬ ਨਾ ਆਇਆ। ਅਖੀਰ ਦੇ ਵਿੱਚ ਟੀ ਬ੍ਰੇਕ ਤੋਂ ਬਾਅਦ ਸਰਕਾਰ ਨੂੰ ਜਵਾਬ ਦੇਣ ਦੀ ਥਾਂ ਇਸ ਗੱਲ ਤੇ ਹੀ ਮਜਬੂਰ ਹੋਣਾ ਪਿਆ ਵੀ ਜਿਹੜੇ ਅਸੀਂ ਇਸ ਜਿਹੜਾ 3 ਕਾਨੂੰਨ ਨੇ ਇਹਨਾਂ ਦੇ ਕਈ ਬਿੰਦੂਆਂ ਦੇ ਉੱਤੇ ਅਸੀਂ ਮਤਲਬ ਉਹਨਾਂ ਨੇ ਬਿੰਦੂਆਂ ਦੇ ਨਾਂ ਵੀ ਲਏ। ਮੈਂ ਹੁਣ ਟਾਈਮ ਲੱਗ ਜਾਣਾ ਤੇ ਵੀ ਉਹਨਾਂ ਤੇ ਅਸੀਂ ਵਿਚਾਰ ਕਰਨ ਨੂੰ ਦੁਬਾਰਾ ਤਿਆਰ ਹਾਂ ਤੇ ਵੀ ਅਸੀਂ ਕੱਲ ਨੂੰ ਇਹਦੇ ਤੇ ਰੱਖਣੀ ਹੈ ਗੱਲ ਆਪਣੀ ਤੇ ਸਾਡੇ ਆਲਾ ਹਾਂਜੀ ਨਾ ਆਪਣੇ ਅਫਸਰਾਂ ਦੀ ਸਾਡੀ ਆਪਣੀ ਕਹਿੰਦੇ ਮੀਟਿੰਗ ਕਰਨੀ ਹੈ, ਉਹਦੇ ਵਿਚਾਰ ਕਰਨਾ ਵੀ ਇਹਨੂੰ ਕਿਵੇਂ ਹੱਲ ਕੀਤਾ ਜਾਵੇ ਔਰ ਤੁਸੀਂ ਵੀ ਆਪਣਾ ਵਿਚਾਰ ਕਰਿਓ। ਅਸੀਂ ਫਿਰ ਕਿਹਾ ਵੀ ਇਹ ਤਾਂ ਤੁਸੀਂ ਕਹਿਤਾ 3 ਕਾਨੂੰਨਾਂ ਬਾਰੇ, ਇਹਨਾਂ ਬਾਰੇ ਰਹੇ ਅਸੀਂ ਦੰਨਿਆ ਕੀ ਹੈ ਸਾਡੀ। ਅਸੀਂ ਕਹਿੰਦੇ ਆ ਵੀ ਪਰਾਲੀ ਦੇ ਮੁੱਦੇ ਤੇ, MSP ਦੇ ਮੁੱਦੇ ਤੇ ਔਰ ਜਿਹੜਾ ਖੇਤੀ ਬਿਜਲੀ ਬਿੱਲ ਸੋਧ ਬਿੱਲ ਹੈ ਆਉਣਾ ਅਜੇ ਆਇਆ ਨਹੀਂ, ਉਹਦੇ 3 ਤੇ ਵੀ ਵਿਚਾਰ ਹੋਣੀ ਚਾਹੀਦੀ ਹੈ। ਇਸ ਤੇ ਵੀ ਸਰਕਾਰ ਨੇ ਪ੍ਰਵਾਨ ਕੀਤਾ 3 ਤੇ ਵੀ ਇਹ 'ਤੇ ਵੀ ਵਿਚਾਰ ਦੀ ਲੋੜ ਹੈ। ਮਤਲਬ ਇਹਨਾਂ ਨੇ ਪ੍ਰਵਾਨ ਕੀਤਾ ਕਿਤੇ ਨਾ ਕਿਤੇ ਕੁਝ ਇਹਦੇ 'ਚ ਗਲਤ ਹੈ ਵੀ ਮਤਲਬ ਅਸੀਂ ਇਹਦੇ ਵਿਚਾਰ ਕਰਾਂਗੇ। ਪਰ ਅਸੀਂ ਉਹਨਾਂ ਨੂੰ ਇੱਕ ਗੱਲ ਸਪਸ਼ਟ ਕਰਤੀ ਵੀ ਅਸੀਂ ਬੇਸ਼ੱਕ ਤੁਸੀਂ ਸੋਧ ਵਾਸਤੇ ਤਿਆਰ ਹੋ ਕੇ ਆਓਗੇ, ਸਾਨੂੰ ਸੋਧ ਪ੍ਰਵਾਨ ਨਹੀਂ, ਬਾਕੀ ਗੱਲਾਂ ਤੇ ਅਸੀਂ ਵਿਚਾਰ ਕਰ ਲਾਂਗੇ। 3 ਜਿਹੜੇ ਖੇਤੀ ਵਿਰੋਧੀ ਐਕਟ ਨੇ ਉਹਨਾਂ ਤੇ ਸਾਨੂੰ ਕੋਈ ਸੋਧ ਪ੍ਰਵਾਨ ਨਹੀਂ। ਅਸੀਂ ਉਹ ਤੇ ਸਿਰਫ ਉਹਨੂੰ ਰੱਦ ਕਰਨ ਵਾਸਤੇ ਸਾਡੀ ਮੰਗ ਹੈ। ਉਸ ਤੇ ਹੁਣ ਵੀ ਕਾਇਮ ਆ ਤੇ ਪਰਸੋਂ ਨੂੰ ਵੀ ਕਾਇਮ ਰਹਿਣਾ ਹੈ। ਸੋ ਸਰ ਤੁਹਾਡਾ ਕੀ ਨਾਮ? ਮੈਂ ਜੀ ਆਪਣਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰੈਜ਼ੀਡੈਂਟ ਇੰਦਰਜੀਤ ਸਿੰਘ ਕੋਲਬੜਾ ਜੀ। ਸੋ ਅੱਜ ਦੀ ਜਿਹੜੀ ਬੈਠਕ ਹੋਈ ਹੈ, ਜਿੱਦਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਹਟਾਂਗੇ, ਲੇਕਿਨ ਦੂਜੇ ਪਾਸੇ ਕੇਂਦਰ ਦੇ ਮੰਤਰੀ ਦਾ ਨਜ਼ਰੀਆ ਇਹ ਲੱਗ ਰਿਹਾ ਕਿ ਉਹ ਅਮੈਂਡਮੈਂਟ ਚਾਹੁੰਦੇ ਨੇ ਕਿ ਅਮੈਂਡਮੈਂਟ ਕਰਵਾ ਕੇ ਇਹਨਾਂ ਨੂੰ ਲਾਗੂ ਕੀਤਾ ਜਾਵੇ। ਕਿ ਕੋਈ ਵਿਚੋਲਾ ਵਿੱਚ ਦਾ ਰਾਹ ਨਜ਼ਰ ਆ ਰਿਹਾ ਤੁਹਾਨੂੰ? ਵੇਖੋ ਇਹ ਲਗਭਗ ਅੱਜ ਮੈਂ ਕਹੂੰਗਾ ਵੀ ਚੌਥੀ ਮੀਟਿੰਗ ਲੱਗ ਚੁੱਕੀ ਹੈ। ਇਹਦੇ 'ਚ ਇਹ ਆ ਕਿ ਕਾਫੀ ਮੀਟਿੰਗਾਂ ਲੱਗਣ ਤੋਂ ਬਾਅਦ ਅਸੀਂ ਪੰਜਾਬ ਤੋਂ ਵੀ ਚੱਲ ਕੇ ਆਏ ਸਾਂ ਪਿਛਲੇ ਮਹੀਨੇ 'ਚ, ਤੇ ਜਿਹੜੀ ਸਰਕਾਰ ਆ ਇਸ ਮੱਦੇ ਨਜ਼ਰ ਤੇ ਆਈ ਆ ਕਿ ਉਹਨੂੰ ਸੋਚਣ ਲਈ ਮਜਬੂਰ ਹੋ ਗਈ ਆ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਉਹ ਜਿਹੜੇ 3 ਕਾਨੂੰਨ ਜਿਹੜੇ ਰੱਦ ਕਰਵਾਉਣ ਵਾਲੇ ਕੋਈ ਜਿਹੜੇ ਆਪਾਂ ਝੰਡੇ ਰੱਖੇ ਇਹਦੇ ਜਾਇਜ਼ ਆ, ਉਹਨਾਂ ਵੱਲੋਂ ਇਹ ਸੀਗਾ ਕਿ ਅਸੀਂ ਇਹ ਕਾਨੂੰਨ ਦੇ ਬਾਰੇ ਕੋਈ ਸੋਧ ਕਰ ਦਈਏ ਜਾਂ ਕੋਈ MSP ਬਾਰੇ ਸੋਚਾਂਗੇ ਜਾਂ ਪਰਾਲੀ ਬਾਰੇ ਸੋਚਾਂਗੇ। ਪਰ ਉਹਦੇ ਵਿੱਚ ਇਹ ਆ ਕਿ ਅਸੀਂ ਇਹ ਰੱਖਿਆ ਕਿ ਇਹ 3 ਕਾਨੂੰਨ ਰੱਦ ਕਰਵਾਉਣੇ ਆ, ਪਰਾਲੀ ਵਾਲਾ ਵੀ ਰੱਦ ਕਰਵਾਉਣਾ ਤੇ MSP ਜਿਹੜੀ ਉਹਨੂੰ ਲਾਗੂ ਕਰਵਾਉਣਾ, ਕਿਉਂਕਿ ਹਰ ਇੱਕ ਮੰਡੀ ਦੇ ਵਿੱਚ ਭਾਵੇਂ ਮੂੰਗੀ ਆ, ਦਾਲ ਆ ਜਾਂ ਹੋਰ ਵੀ ਫਸਲਾਂ ਵਿਕਦੀਆਂ, ਕਪਾਹ ਵਾ ਜਾਂ ਨਰਮਾ ਵਾ, ਹੈ ਨਾ, ਉਹਦਾ ਜਿਹੜਾ ਵਾ ਪੂਰਾ MSP ਮੁਤਾਬਕ ਉਹਦੇ ਪੈਸੇ ਨਹੀਂ ਮਿਲਦੇ। ਤੇ ਜਿੰਨਾ ਚਿਰ ਤੱਕ ਉਹ ਪੂਰੇ MSP ਮੁਤਾਬਕ ਪੈਸੇ ਉਹਦੀ ਕੋਈ ਗਰੰਟੀ ਨਹੀਂ ਬਣਦੀ, ਉਹਨਾਂ ਚਿਰ ਤੱਕ ਜਿਹੜਾ ਸਾਡਾ ਪ੍ਰੋਟੈਕਟ ਚੱਲਦਾ ਰਹੇਗਾ। ਇਹਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਆ ਕਿ ਪਹਿਲਾਂ ਤਾਂ ਅਸੀਂ 30 ਜਥੇਬੰਦੀਆਂ, ਹੁਣ ਪੂਰਾ ਪੰਜਾਬ ਹਰਿਆਣਾ ਛੱਡ ਕੇ ਪੂਰੇ ਭਾਰਤ ਅੰਦਰ ਸਾਡੀ ਏਕਤਾ ਬਣ ਚੁੱਕੀ ਆ। ਤੇ ਭਾਰਤ ਅੰਦਰ ਏਕਤਾ ਬਣ ਤੇ ਬੜੀ ਮਜ਼ਬੂਤੀ ਬਣੀ ਆ। ਸਰਕਾਰ ਵੀ ਪ੍ਰੈਸ਼ਰ 'ਚ ਆਈ, ਹੋਰ ਵੀ ਸੰਪਰਦਾਵਾਂ ਜਿਸ ਤਰ੍ਹਾਂ ਬਾਬੇ ਹਜੂਰ ਸਾਹਿਬ ਵਾਲੇ ਨਿੰਦਰ ਸਿੰਘ ਜੀ ਹੋਣੀ, ਉਹ ਵੀ ਹੋਰ ਵੀ ਸੰਪਰਦਾਵਾਂ ਇਸ ਮੁੱਦੇ ਤੇ ਪਹੁੰਚੀਆਂ। ਪੂਰੀ ਦੁਨੀਆ ਪਹੁੰਚਣ ਰਹੀ ਆ ਬੜੇ ਵੱਡੇ ਪੱਧਰ ਤੇ। ਪਰ ਇਹਦੇ 'ਚ ਇਹ ਆ ਕਿ ਪ੍ਰੈਸ਼ਰ ਸਰਕਾਰ ਦੇ ਬਹੁਤ ਵੱਡੇ ਪੱਧਰ ਤੇ ਬਣ ਚੁੱਕਾ ਵਾ, ਉਹਨਾਂ ਨੂੰ ਇਸ ਚੀਜ਼ ਤੇ ਸੋਚਣਾ ਜ਼ਰੂਰ ਪਵੇਗਾ ਜੀ। ਸੋ ਕੁਲਵੰਤ ਸਿੰਘ ਸੰਧੂ ਜੀ ਨਾਲ ਗੱਲਬਾਤ ਕਰਾਂਗੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਨੇ ਅੱਜ ਦੀ ਜਿਹੜੀ ਬੈਠਕ ਹੋਈ ਹੈ ਤੇ ਉਸ ਬੈਠਕ ਦੇ ਵਿੱਚ ਆਪਾਂ ਜੇ ਗੱਲ ਕਰੀਏ ਕਿ ਪੋਜ਼ਿਟਿਵ ਰਹੀ ਹੈ ਬੈਠਕ ਜਾਂ नेगेटिव रही? गल पॉजिटिव रही है, नेगेटिव नहीं है, क्योंकि किसानों का प्रेशर पड़ रहा है सरकार पर। हिंदी बोलोगे पंजाबी? ਪੰਜਾਬੀ साडा किसान अंदोलन का सरकार के दबाव बहुत बढ़ गया। सरकार बहुत पिछे मुड़ी है। ਜਿਹੜੀ ਕਹਿੰਦੀ ਸੀ ਕਿਸਾਨਾਂ ਨਾਲ ਗੱਲ ਨਹੀਂ ਕਰਨੀ, ਕਿਸਾਨਾਂ ਨੂੰ ਇੱਦਾਂ ਹੀ ਦਬਾ ਦੇਣਾ, ਇਹ ਵਿਚੋਲੀ ਆ, ਉਹ ਕਸਾਏ ਹੋਏ ਆ। ਹੁਣ ਉਹ ਕਿਸਾਨਾਂ ਨੂੰ ਕਿਸਾਨ ਮੰਨ ਰਹੀ ਆ
ਤੇ ਇਸ ਅੰਦੋਲਨ ਤੋਂ ਡਰੀ ਹੋਈ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇੱਥੇ ਜਿਹੜੇ ਵੀ ਕਿਸਾਨ ਆਗੂ ਆਏ ਨੇ ਆਪਣੇ ਪੰਜਾਬ ਤੋਂ ਉਹ ਹਿੰਦੀ ਬੋਲਣ ਲੱਗੇ। ਨਹੀਂ ਉਹ ਆਪ ਜਿਹੜੇ ਤੁਹਾਡੇ ਚੈਨਲ ਵਾਲੇ ਉਹ ਨਹੀਂ ਸ਼ੁਰੂ ਕਰਤਾ, ਅਸੀਂ ਨਹੀਂ ਲੱਗੇ। ਨਹੀਂ ਘਰ ਜਾਓਗੇ ਤਾਂ ਜਵਾਕਾਂ ਨੇ ਵੀ ਕਹਿਣਾ ਹੈ ਬਾਪੂ ਜੀ ਤੁਹਾਨੂੰ ਕੀ ਹੋ ਗਿਆ। ਥੋੜੇ ਦਿਨ ਫਰਕ ਪਊਗਾ ਜਦੋਂ ਅਸੀਂ ਇੰਗਲੈਂਡ ਜਾਂ ਕੈਨੇਡਾ ਜਾਂਦੇ ਆ ਨਾ, ਉਹ ਹਫ਼ਤਾ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਬੋਲ ਹੋ ਜਾਂਦੇ ਆ, ਕੁਦਰਤੀ ਹੋ ਜਾਂਦਾ। ਤੁਸੀਂ ਵੀ ਸਿੱਖ ਗਏ, ਤੁਸੀਂ ਵੀ ਹਿੰਦੀ ਸਿੱਖ ਗਏ। ਮੈਂ ਕਿਹਾ 5-4 ਦਿਨ ਉੱਥੇ ਵੀ ਜਾ ਕੇ ਬੋਲਣਾ, ਇਹ ਘਰ ਜਾ ਕੇ ਬੱਚਿਆਂ ਨਾਲ ਵੀ ਹਿੰਦੀ ਬੋਲਣੀ ਹੈ। ਹੌਲੀ ਹੌਲੀ ਸੈੱਟ ਹੁੰਦੇ ਟਾਈਮ ਲੱਗ ਜਾਊਗਾ। ਠੀਕ ਹੈ, ਤੇ ਹੁਣ ਤਾਂ ਜਿਹੜਾ ਸਿੰਘੂ ਬਾਰਡਰ ਹੈਗਾ ਤੇ ਹੋਰ ਟਿਕਰੀ ਬਾਰਡਰ, ਦਿੱਲੀ ਦੇ ਆਲੇ ਦੁਆਲੇ ਵਾਲੇ ਬਾਰਡਰ ਹੈਗੇ ਨੇ, ਉਹ ਤਾਂ ਪੰਜਾਬੀਆਂ ਨੂੰ ਆਪਣੇ ਘਰ ਲੱਗਣ ਲੱਗ ਗਏ ਨੇ। ਤੇ ਇੱਥੇ ਜਦੋਂ ਆਉਂਦੇ ਨੇ ਤੇ ਐਂ ਲੱਗਦੇ ਨੇ ਜਿਵੇਂ ਬਰਾਤੇ ਚੱਲੇ ਆ, ਬੱਸ ਵਾਲਾ ਪੁਰਾਣੀ ਫੀਲਿੰਗ ਆਉਂਦੀ ਹੈ। ਤੇ ਆਪਾਂ ਇਸ ਮਾਹੌਲ ਦੇ ਵਿੱਚ ਰਹਿ ਕੇ ਵੀ ਜਿਹੜੇ ਪੰਜਾਬੀ ਹੈਗੇ ਨੇ ਖੁਸ਼ ਹੈਗੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਖੁਸ਼ੀ ਇਦਾਂ ਬਣੀ ਰਹੇਗੀ ਜੇ ਸੰਘਰਸ਼ ਲੰਮਾ ਚੱਲਣਾ ਪਿਆ ਤਾਂ? ਜਿਹੜੇ ਪੰਜਾਬੀ ਆ ਇਹ ਮੋਰਚਿਆਂ ਤੇ ਜ਼ਿਆਦਾ ਖੁਸ਼ ਰਹਿੰਦੇ, ਘਰ ਨਾਲੋਂ ਜ਼ਿਆਦਾ ਖੁਸ਼ ਰਹਿੰਦੇ ਆ। ਘਰ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ, ਚਾਹੇ ਲੜਾਈ ਦੇ ਮੈਦਾਨ 'ਚ ਹੋਣ, ਚਾਹੇ ਬਾਰਡਰ ਤੇ ਹੋਣ, ਚਾਹੇ ਕਿਸੇ ਸਰਕਾਰ ਨਾਲ ਸੰਘਰਸ਼ ਕਰਦੇ ਹੋਣ, ਇਹ ਕਦੇ ਨਿਰਾਸ਼ ਨਹੀਂ ਹੁੰਦੇ। ਜੀ ਖੁਸ਼ ਰਹਿੰਦੇ ਆ। ਔਰ ਦੂਸਰਾ ਖੁਸ਼ ਹੋਣ ਦਾ ਵੱਡਾ ਕਾਰਨ ਇਹ ਆ ਲੋਕਾਂ ਦਾ ਸਹਿਯੋਗ, ਦਿੱਲੀ ਵਾਲਿਆਂ ਦਾ, ਹਰਿਆਣੇ ਵਾਲਿਆਂ ਦਾ। ਉਹ ਤਾਂ ਪੰਜਾਬੀਆਂ ਦਾ ਨੱਕ ਮੋੜਦਾ ਫਰੂਟ ਖੜਾ ਕੇ, ਡਰਾਈ ਫਰੂਟ, ਕੇਲੇ, ਸੰਤਰੇ, ਸੇਬ। ਕੱਲ ਪਾਈਆ ਦੇ ਭੁੰਨੇ ਹੋਏ ਬਦਾਮ ਦਿੱਤੇ ਜਾ ਰਹੇ ਸੀ। ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਜਲੇਬੀਆਂ, ਕੜਾਹ, ਖੀਰਾਂ, ਜਿੰਨਾ ਸੇਵਾ ਹੋ ਰਹੀ ਹੈ ਇੱਥੇ, ਇਹ ਸਿਰਫ ਜੇ ਸਾਡਾ ਰਹਿਣ ਸਹਿਣ ਦਾ ਚੰਗਾ ਪ੍ਰਬੰਧ ਹੁੰਦਾ ਕੋਈ ਮੁਸ਼ਕਲ ਨਹੀਂ ਸੀ ਹੋਣੀ। ਦੁਕਾਨਾਂ ਸਵੇਰੇ ਥੋੜੀ ਸਮੱਸਿਆ ਆਉਂਦੀ, ਨਹਾਉਣ ਦੀ ਸਮੱਸਿਆ ਆਉਂਦੀ ਆ, ਬਾਕੀ ਖਾਣ ਪੀਣ ਦੀ ਪੀਣ ਦੀ ਕੋਈ ਸਮੱਸਿਆ ਨਹੀਂ। ਸਾਡੀ ਟੀਮਾਂ ਨੇ ਪੰਜਾਬ ਦੇ ਵਿੱਚ ਵੀ ਕਵਰੇਜ ਕੀਤੀ, ਜਲੰਧਰ ਤੇ ਹੋਰ ਕਈ ਥਾਵਾਂ ਤੇ। ਉੱਥੋਂ ਭੈਣਾਂ ਨੇ ਵੀਰਾਂ ਦੇ ਵਾਸਤੇ ਪਿੰਨੀਆਂ ਬਣਾਈਆਂ ਦੇਸੀ ਘੀ ਦੀਆਂ, ਤੇ ਵਿੱਚ ਪੂਰੇ ਬਦਾਮ ਬਦੂਮ ਪਾ ਕੇ ਭੇਜੇ ਨੇ। ਤੇ ਜਿਸ ਹਿਸਾਬ ਨਾਲ ਘਰ ਦੀਆਂ ਮਾਤਾਵਾਂ ਤੇ ਭੈਣਾਂ ਵੀ ਸਹਿਯੋਗ ਦੇ ਰਹੀਆਂ ਨੇ ਤੇ ਪੁੱਤਰਾਂ ਨੂੰ ਇਹ ਕਹਿ ਰਹੀਆਂ ਨੇ ਤੁਸੀਂ ਜਿੱਤ ਕੇ ਆਉਣਾ ਇੱਥੇ। ਤੇ ਉਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੇ ਦੇਸ਼ ਦੇ ਕਿਸਾਨ ਉਹ ਵੀ ਇਕਜੁੱਟ ਹੋ ਗਏ ਨੇ, ਇਹ ਇੱਕਜੁੱਟਤਾ ਇਦਾਂ ਹੀ ਕਾਇਮ ਰਹੇਗੀ? ਬੰਗੇ ਦੇ ਨੇੜੇ, ਮੁਕੰਦਪੁਰ ਦੇ ਨੇੜੇ ਜਗਤਪੁਰ ਪਿੰਡ ਆ, ਉੱਥੋਂ 16 ਕੁਆਂਟਲ 26 ਕੁਆਂਟਲ ਸ਼ਾਇਦ ਪਿੰਨੀਆਂ ਆਈਆਂ ਤੇ 25 ਕੁਆਂਟਲ ਦੁੱਧ ਪਰਸੋਂ ਪਟਿਆਲੇ ਤੋਂ ਆਇਆ। ਕੋਈ ਕਮੀ ਕਿਸੇ ਚੀਜ਼ ਦੀ ਹੈ ਹੀ ਨਹੀਂ। ਪਰ ਇੰਨੀ ਚੰਗਾ ਪੱਖ ਆ, ਜਿਹੜੇ ਕਿਸਾਨ ਇੱਥੇ ਆਏ ਆ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਸਹਿਯੋਗ ਆ, ਕਿਉਂਕਿ ਸਾਡੀਆਂ ਭੈਣਾਂ, ਸਾਡੀਆਂ ਜੀਵਨ ਸਾਥਣਾਂ, ਬੱਚੇ ਉਹ ਜ਼ਿੰਮੇਵਾਰੀ ਦਾ ਅਹਿਸਾਸ ਨਿਭਾ ਰਹੇ ਆ, ਖੇਤੀਬਾੜੀ ਦਾ ਕੰਮ ਸਾਂਭ ਰਹੇ ਆ। ਸਾਨੂੰ ਉਹਨਾਂ ਨੇ ਇਹ ਕਹਿ ਕੇ ਤੋਰਿਆ ਵੀ ਮੈਦਾਨ ਜਿੱਤ ਕੇ ਆਇਓ, ਕਿਉਂਕਿ ਕਿਸਾਨਾਂ ਦਾ, ਦੁਨੀਆ ਭਰ ਦੇ ਕਿਸਾਨਾਂ ਦਾ ਕਲਚਰ ਆ। ਪਹਿਲਾਂ ਇਹ ਤੁਰਦੇ ਬੜਾ ਸਲੋ ਆ, ਤੇ ਜਦ ਤੁਰਦੇ ਤਾਂ ਫਿਰ ਮੁੜਦੇ ਵੀ ਸਲੋ ਹੀ ਆ। ਜਿੱਤੇ ਬਿਨਾਂ ਮੁੜਦੇ ਨਹੀਂ ਹੁੰਦੇ। ਸੋ ਜਿਹੜੇ ਇਹ ਹੁਣ ਜਿੱਦਾਂ ਕਿ ਮੈਂ ਤੁਹਾਨੂੰ ਜਾਣਨਾ ਚਾਹੁੰਦਾ, ਪਹਿਲੀ ਵਾਰੀ ਇਹ ਹੋਇਆ ਕਿ ਜਿਹੜੇ ਭਾਰਤ ਦੇ ਕਿਸਾਨ ਹੈਗੇ ਨੇ, ਪਹਿਲਾਂ ਤਾਂ ਪੰਜਾਬ ਦੇ ਜਥੇਬੰਦੀਆਂ ਇਕਜੁੱਟ ਹੋਈਆਂ ਸੀ, ਹੁਣ ਭਾਰਤ ਦੇ ਕਿਸਾਨ ਜਿਹੜੇ ਹੈਗੇ ਨੇ ਉਹ ਇਕਜੁੱਟ ਹੋ ਗਏ ਨੇ। ਵੱਖ-ਵੱਖ ਸਟੇਟਾਂ ਤੋਂ ਵੀ ਕਿਸਾਨ ਇੱਥੇ ਆ ਰਹੇ ਨੇ। ਜੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਵੱਧਦੀ ਹੈ ਤੇ ਉਸ ਨੂੰ ਲੈ ਕੇ ਕਿਸਾਨ ਆਗੂਆਂ ਦੇ ਵੱਲੋਂ ਤਿਆਰੀਆਂ ਪੂਰੀਆਂ ਨੇ। ਸਾਡੇ ਪੰਜਾਬ ਦੇ ਕਿਸਾਨਾਂ ਦੀਆਂ 30 ਜਥੇਬੰਦੀਆਂ ਆ, ਇੰਨੀਆਂ ਇੱਕ ਮੁੱਠੇ 6.5 ਮਹੀਨੇ ਤੋਂ ਲੜ ਰਹੇ ਆ। ਅਸੀਂ ਅੰਦਰ ਬਹੁਤ ਲੜਦੇ ਆ, ਪਰ ਬਾਹਰ ਨਿਕਲਦੇ ਖੁਸ਼ ਨਿਕਲਦੇ ਆ। ਬਾਹਰ ਜਿਹੜੀ ਬਹੁਤ ਸਹਿਮਤੀ ਦਾ ਫੈਸਲਾ ਲਾਗੂ ਕਰਦੇ ਆ। ਏਕਤਾ ਦਾ ਇੱਕੋ ਢੰਗ ਹੁੰਦਾ। ਜੇ ਕਿਸੇ ਦੀ ਈਗੋ ਹੋਵੇ, ਹਉਮੈ ਹੋਵੇ ਵੀ ਮੇਰੀ ਗੱਲ ਸਹੀ ਆ ਤੇ ਮੈਂ ਉਹੀ ਬੋਲਣੀ ਆ, ਫਿਰ ਤਾਂ ਲੜਾਈ ਹੋਈ। ਅਸੀਂ ਬਹੁਤ ਸਹਿਮਤੀ ਦਾ ਫੈਸਲਾ ਮੰਨ ਕੇ, ਜਿਵੇਂ 5 ਪਿਆਰੇ ਸਾਜੇ 10ਵੇਂ ਪਾਤਸ਼ਾਹ ਨੇ ਤੇ 5 ਪਿਆਰਿਆਂ ਦੇ ਕਹਿਣੇ ਵੀ ਲੱਗੇ ਸੀਗੇ, ਉਹ ਇਦਾਂ ਸਾਡਾ ਰਿਵਾਜ ਆ। ਹੁਣ ਤਾਂ ਹਿੰਦੁਸਤਾਨ ਦਾ ਕਿਸਾਨਾਂ ਇਕੱਠਾ ਕਰ ਲਿਆ। ਉੜੀਸਾ, ਮੱਧ ਪ੍ਰਦੇਸ਼, ਯੂਪੀ, ਹਰਿਆਣਾ, ਤਮਿਲਨਾਡੂ ਤੋਂ ਆਏ ਨੇ, ਤਮਿਲਨਾਡੂ ਤੋਂ ਆਏ ਆ, ਮਹਾਰਾਸ਼ਟਰ ਤੋਂ ਆਏ ਆ, ਰਾਜਸਥਾਨ ਤੋਂ ਆਏ ਆ। ਹਾਂ, ਇਹ ਸਾਰਿਆਂ ਦੀ ਇੱਕ ਸਾਡੀ ਕਮੇਟੀ ਬਣ ਗਈ ਆ। ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਨੂੰ ਸਟੇਟ ਵਾਈਜ਼ ਵੰਡ ਲਈਏ। ਅਸੀਂ ਪਰਸੋਂ ਦੀ ਵੀਡੀਓ ਕਹਿਤਾ ਵੀ ਇਕੱਲਾ ਪੰਜਾਬ ਨਹੀਂ ਆਊਗਾ, ਆਲ ਇੰਡੀਆ ਲੀਡਰ ਨਾਲ ਆਉਣਗੇ। ਉਹਨਾਂ ਨੇ 2 ਘੰਟੇ ਬਾਅਦ ਉਹਨੂੰ ਮੰਨਣਾ ਪਿਆ ਸੀਗਾ ਤਾਂ ਉੱਦਾਂ ਹੀ ਨਹੀਂ ਆਵਾਂਗੇ। ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਇੰਨੇ ਲੰਮੇ 12 ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਹੈ, ਪੈਦਲ ਬੰਦੇ ਨੂੰ ਆਉਣਾ ਇੱਥੇ ਬੜਾ ਮੁਸ਼ਕਲ ਹੋ ਜਾਂਦਾ ਹੈ। ਜਿਹੜੇ ਨਿਹੰਗ ਸਿੰਘ ਹੈਗੇ ਨੇ ਉਹ ਆਪਣੇ ਘੋੜੇ ਲੈ ਕੇ, ਟਰੱਕ ਲੈ ਕੇ ਇੱਥੇ ਪਹੁੰਚ ਕੇ ਸਭ ਤੋਂ ਮੂਹਰੇ ਡਟੇ ਹੋਏ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਨਿਹੰਗ ਸਿੰਘ ਵੀ ਡਟੇ ਹੋਏ ਨੇ, ਉਸ ਨਾਲ ਕੀ ਪ੍ਰਭਾਵ ਜਾਂਦਾ ਹੈ? ਇਹ ਜਿਹੜਾ ਐਜੀਟੇਸ਼ਨ ਹੈ, ਕਿਸਾਨਾਂ ਦੀ ਐਜੀਟੇਸ਼ਨ ਆ। ਇਹ 'ਚ ਵੱਖੋ ਵੱਖਰੇ ਧਰਮਾਂ ਦੇ ਲੋਕ ਆ, ਵੱਖੋ ਵੱਖਰੇ ਇਲਾਕਿਆਂ ਦੇ ਲੋਕ ਆ। ਕੋਈ ਬੋਲੇ ਸੋ ਨਾਲ ਕਹਿੰਦਾ, ਕੋਈ ਜੈ ਹਨੂਮਾਨ ਕਹਿੰਦਾ,
ਕੋਈ ਇਨਕਲਾਬ ਜਿੰਦਾਬਾਦ ਕਹਿੰਦਾ। ਇਹ ਕਿਸਾਨੀ ਕਲਚਰ ਆ, ਉਸ ਕਲਚਰ ਦਾ ਵੱਖੋ ਵੱਖਰਿਆਂ ਦਾ ਇੱਕ ਅਜੀਬ ਨਜ਼ਾਰਾ ਆ। ਇੱਥੇ ਕਿਸੇ ਦੇ ਕੋਈ ਗੁੱਸਾ ਨਹੀਂ, ਕੋਈ ਬੋਲੇ ਸੋ ਨਿਹਾਲ ਕਹਿੰਦਾ ਕਿ ਜੈ ਹਨੂਮਾਨ ਕਹਿੰਦਾ ਕਿ ਜੈ ਰਾਮ ਕਹਿੰਦਾ। ਇਹ ਕਿਸਾਨੀ ਘੋੜਿਆਂ ਤੇ ਸਿਆਸੀ ਪਾਰਟੀਆਂ ਨੂੰ ਪਿੱਛੇ ਰੱਖਿਆ ਆ, ਉਹਨਾਂ ਦਾ ਬੁਲਾਰਾ ਉੱਤੇ ਸਟੇਜ ਤੇ ਨਹੀਂ ਬੋਲਦਾ। ਕੱਲ ਮੈਨੂੰ ਕਈ ਪੁਲਿਸ ਵਾਲਿਆਂ ਨੇ ਪੁੱਛਿਆ, ਕਹਿੰਦੇ ਇਹ घोड़े क्यों मंगा रहे हैं? जब पुलिस के घोड़े आएंगे तो हमारे घोड़े क्यों नहीं आएंगे? ਕੀ ਬਾਤ ਹੈ ਜੀ। ਸੋ ਹੋਰ ਵੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹਰਿੰਦਰ ਸਿੰਘ ਲੱਖੋਵਾਲ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ ਕਿਵੇਂ ਦਾ ਰਿਹਾ ਰਿਸਪੌਂਸ ਅੱਜ ਦਾ? ਅਸੀਂ 50% ਸਾਨੂੰ ਲੱਗਦਾ ਵੀ ਜਿੱਤ ਕਰ ਲਈ ਆ, ਕਿਉਂਕਿ ਜਿਹੜੇ ਕਾਨੂੰਨ ਸੀ, ਕਾਨੂੰਨ ਦਾ ਨਾਮ ਬਦਲਣ ਨੂੰ ਤਿਆਰ ਨਹੀਂ ਸੀ। ਅੱਜ ਕਾਨੂੰਨ ਸਾਰੇ ਚੇਂਜ ਕਰਨ ਲਈ ਤਿਆਰ ਸੀ। ਅਸੀਂ ਉਹ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ, ਬੜੀ ਸੂਝ-ਬੂਝ ਦੇ ਨਾਲ ਉਹਨਾਂ ਨੇ ਮਸਲਾ ਰੱਖਿਆ, ਕੇਸ ਰੱਖਿਆ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਜਵਾਬ ਕਰ ਦਿੱਤਾ। ਜਿਹੜੇ 3 ਕਾਨੂੰਨ ਸੀ ਉਹ 'ਚ 9 ਨੁਕਸ ਅਸੀਂ ਕੱਢਿਆ, ਹਰੇਕ ਕਾਨੂੰਨ 'ਚ 3 ਨੁਕਸ ਕੱਢੇ ਆ। ਉਹ ਕਹਿੰਦੇ ਸੀ ਚੇਂਜ ਕਰਾ ਲਓ। ਦੂਸਰੇ 2 ਆਰਡੀਨੈਂਸ ਆ ਉਹਨਾਂ ਨੂੰ ਵੀ ਕਰਾ ਲਓ, MSP ਤੇ ਗਰੰਟੀ ਵੀ ਲੈ ਲਓ। ਅਸੀਂ ਕਰਨ ਲਈ ਤਿਆਰ ਸੀ, ਪਰ ਅਸੀਂ ਕਿਹਾ ਨਹੀਂ, ਅਸੀਂ ਇਹ ਵਾਪਸ ਕਰਾਉਣੇ ਨੇ। ਵਾਪਸ ਕਰਾ ਕੇ ਜਾਵਾਂਗੇ। 5 ਤਰੀਕ ਨੂੰ ਫਿਰ ਉਹਨਾਂ ਨੇ ਸਾਡੇ ਲਈ ਮੀਟਿੰਗ ਸੱਦ ਲਈ। ਠੀਕ ਹੈ। ਸੋ ਵੱਡੀ ਗਿਣਤੀ ਹੁਣ ਮੋਰਚੇ ਦੇ ਉੱਪਰ ਨਜ਼ਰ ਆ ਰਹੀ ਹੈ ਕਿਸਾਨਾਂ ਦੀ। ਵੱਖ-ਵੱਖ ਸਟੇਟਾਂ ਤੋਂ ਵੀ ਕਿਸਾਨ ਇੱਥੇ ਆ ਗਏ ਨੇ ਤੇ ਲਗਾਤਾਰ ਭੀੜ ਵੱਧਦੀ ਜਾ ਰਹੀ ਹੈ ਬਾਰਡਰਾਂ ਦੇ ਉੱਤੇ। ਤੇ ਦੂਜੇ ਪਾਸੇ ਹਰਿਆਣਾ ਦੇ ਜਿਹੜੇ ਮੰਤਰੀ ਨੇ ਉਹ ਵੀ ਕਹਿ ਰਹੇ ਨੇ ਘੇਰਾਬੰਦੀ ਖਤਮ ਕਰਨਾ ਚਾਹੀਦੀ ਹੈ। ਅੱਜ ਕੀ ਕੇਂਦਰੀ ਮੰਤਰੀਆਂ ਨੇ ਵੀ ਕੋਈ ਇਦਾਂ ਦੀ ਮੰਗ ਰੱਖੀ ਕਿ ਘੇਰਾਬੰਦੀ ਖਤਮ ਕਰੋ? ਨਹੀਂ, ਕੋਈ ਇਹੋ ਜਿਹੀ ਮੰਗ ਨਹੀਂ ਸੀ, ਨਾ ਅਸੀਂ ਮਨਜ਼ੂਰ ਕਰਾਂਗੇ। ਅਸੀਂ ਤਾਂ ਕਿਹਾ ਵੀ ਸੈਸ਼ਨ ਸੱਦੋ, ਪਾਰਲੀਮੈਂਟ ਦਾ ਐਲਾਨ ਕਰੋ ਕਾਨੂੰਨ ਵਾਪਸ ਕਰਨ ਦਾ, ਤੇ ਅਸੀਂ ਚਲੇ ਜਾਵਾਂਗੇ। ਘੇਰਾਬੰਦੀ ਕਾਹਦੀ ਆ? ਨਹੀਂ ਤਾਂ ਪੰਜਾਬ ਚੋਂ ਹੋਰ ਲੋਕ ਆ ਰਹੇ ਆ, ਯੂਪੀ ਚੋਂ ਆ ਰਹੇ ਆ, ਰਾਜਸਥਾਨ ਤੋਂ ਆ ਰਹੇ ਆ, ਸਾਰੇ ਪ੍ਰਦੇਸ਼ਾਂ ਤੋਂ ਸਾਡੇ ਬੰਦੇ ਆ ਰਹੇ ਨੇ। ਤੇ ਅਸੀਂ ਇਹਨੂੰ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਕੱਲ੍ਹ ਦੀ ਮੀਟਿੰਗ ਤੋਂ ਬਾਅਦ ਇਹ ਅੰਦੋਲਨ ਨੂੰ ਹੋਰ ਵੱਡਾ ਕਰਾਂਗੇ, ਇਹਨੂੰ ਹੋਰ ਤੇਜ਼ ਕਰਾਂਗੇ। MSP ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਦਾ ਕੀ ਰਵੱਈਆ ਸੀ? MSP ਵੀ ਕਾਨੂੰਨ ਬਣਾਉਣ ਲਈ ਤਿਆਰ ਸੀ, ਉਹਦੇ ਤੇ ਵੀ ਅਸੀਂ ਕਾਨੂੰਨ ਬਣਾਵਾਂਗੇ। ਇਹ ਵੀ ਸਾਡੀ ਮੇਨ ਮੰਗ ਆ। 3 ਉਹ ਆਰਡੀਨੈਂਸ ਵਾਪਸ ਤੇ MSP ਦਾ ਕਾਨੂੰਨ, ਇਹ ਵੀ ਅਸੀਂ ਬਣਵਾਵਾਂਗੇ। ਜੀ। ਸੋ ਨਿਰਵੈਰ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜੇ ਕਿਸਾਨ ਇਹ ਮੰਗ ਕਰ ਰਹੇ ਨੇ ਕਿ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ, ਕਿਸਾਨ ਆਗੂ ਇਹ ਕਹਿੰਦੇ ਨੇ, ਤੇ ਉਹਨਾਂ ਉਸ ਸੈਸ਼ਨ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਤੁਹਾਨੂੰ ਲੱਗਦਾ ਹੈ ਕਿ ਸੈਸ਼ਨ ਸੱਦਣਾ ਚਾਹੀਦਾ ਹੈ? ਹਾਂ, ਅਸੀਂ ਕਹਿੰਦੇ ਜੇ ਸੈਸ਼ਨ ਸੱਦ ਲੈਣ, ਅਸੀਂ ਬੈਠੇ ਰਵਾਂਗੇ। ਉਹਦੇ ਨਾਲ ਤਾਂ ਕੰਮ ਹੋਰ ਜ਼ਿਆਦਾ ਲੰਮਾ ਪੈ ਜਾਏਗਾ। ਕੈਬਨਿਟ ਦੀ ਬੈਠਕ ਸੱਦਣ। ਨਹੀਂ ਤਾਂ ਰਾਤ ਨੂੰ ਸੱਦਿਆ ਜਾਂਦਾ, ਕਈ ਵਾਰੀ ਰਾਤ ਨੂੰ ਪਾਰਲੀਮੈਂਟ ਬੈਠੀ ਹੈ। ਕੈਬਨਿਟ ਦੀ ਮੀਟਿੰਗ ਵੀ ਸੱਦ ਕੇ ਉਸ ਨੂੰ ਰੱਦ ਕਰ ਸਕਦੇ ਨੇ ਉਹ। ਕੈਬਨਿਟ ਦੀ ਮੀਟਿੰਗ ਦਾ ਆਰਡੀਨੈਂਸ ਕਰਨ ਪਾਸ, ਪਾਰਲੀਮੈਂਟ 'ਚ ਪਾਸ ਕਰਾਉਣ। ਤੇ ਜੇ ਪਾਰਲੀਮੈਂਟ ਵੀ ਸੱਦਣ ਨੂੰ ਬੜਾ ਟਾਈਮ ਨਹੀਂ ਲੱਗਦਾ, ਕਈ ਵਾਰੀ ਪਾਰਲੀਮੈਂਟ ਰਾਤ ਨੂੰ 1-2 ਘੰਟੇ ਲਈ ਸੱਦੀਆਂ ਜਾ ਸਕਦੀਆਂ। ਇਹਦੇ 'ਚ ਕਿਹੜਾ ਕੋਈ ਹੁਣ ਬਹਿਸ ਆ? ਆਪੋਜੀਸ਼ਨ ਤਾਂ ਤਿਆਰ ਹੀ ਬੈਠੀ ਆ, ਇਹਨਾਂ ਵਾਲੀ ਪਾਰਟੀ ਤਿਆਰ ਉਹਦੇ ਕੰਮ ਮਿੰਟ 'ਚ ਘੰਟੇ 'ਚ ਕੰਮ ਨਿਬੜ ਜਾਣਾ। ਸੋ ਲక్ష్ਮੀ ਕਾਂਤਾ ਚਾਵਲਾ ਜੋ ਭਾਜਪਾ ਦੇ ਸਾਬਕਾ ਮੰਤਰੀ ਵੀ ਰਹੇ ਹੈਗੇ ਨੇ, ਉਹ ਵੀ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਭਾਈ ਕਿਸਾਨਾਂ ਦੇ ਮਸਲੇ ਛੇਤੀ ਹੱਲ ਕਰੋ, ਕਿਸਾਨਾਂ ਦੀ ਸਾਰੀਆਂ ਮੰਗਾਂ ਮੰਨੋ। ਸੋ ਹੁਣ ਤਾਂ ਭਾਜਪਾ ਦੇ ਵੀ ਜਿਹੜੇ ਨੇਤਾ ਹੈਗੇ ਨੇ, ਬਾਦਲ ਸਾਹਿਬ ਨੇ ਵੀ ਆਪਦੇ ਮੈਡਲ ਮੋੜਦੇ, ਜਿਹੜੇ ਭਾਜਪਾ ਤੋਂ ਜਿੱਤ ਦੇ ਮੈਡਲ ਲਏ ਆ। ਹਾਂ, ਢੀਂਡਸਾ ਸਾਹਿਬ ਨੇ ਵੀ ਮੋੜ ਦਿੱਤੇ ਮੈਡਲ। ਉਹ ਮੋੜਨੇ ਆ ਜੀ, ਉਹ ਕਹਿੰਦੇ ਮੈਂ ਵਿਚਾਰ ਕਰਦਾ ਮੋੜੂੰਗਾ। ਸੋ ਬਾਦਲ ਸਾਹਿਬ ਹੋਰਾਂ ਨੇ ਜਿਸ ਤਰੀਕੇ ਨਾਲ ਮੈਡਲ ਮੋੜੇ ਨੇ, ਤੁਸੀਂ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ? ਕੋਈ ਅਸਰ ਪਊਗਾ? ਮੈਂ ਕਹਿੰਦਾ ਵੱਡੀ ਗੱਲ ਹੈ, ਇਹਨਾਂ ਦੇ ਅਲਾਈ ਰਹੇ ਆ ਆਪਣੇ ਬਾਦਲ ਸਾਹਿਬ ਹੋਣੇ। ਉਹਨਾਂ ਦਾ ਹਰਸਿਮਰਤ ਦਾ ਅਸਤੀਫਾ ਦੇਣਾ, ਬਾਹਰ ਚਲੇ ਜਾਣਾ, ਇੱਕ ਅਲਾਈ ਦਾ ਭੱਜ ਜਾਣਾ ਨਾਲੋਂ ਵੱਡੀਆਂ ਗੱਲਾਂ। ਇਹ ਛੋਟੀਆਂ ਗੱਲਾਂ ਥੋੜੋ ਆ। ਅੱਜ ਤੁਸੀਂ ਅੰਦਰ ਲੰਗਰ ਪਾਣੀ ਨਹੀਂ ਛਕਿਆ, ਕੀ ਕਾਰਨ ਉਹਦੇ ਪਿੱਛੇ? ਕਿ ਸਰਕਾਰ ਨੇ ਤੁਹਾਨੂੰ ਕਿਹਾ ਕਿ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਹੈ? ਅੱਗੇ ਇਹਨਾਂ ਨੇ ਸਾਨੂੰ ਰੋਟੀ ਖਾ ਕੇ ਭੰਡੀ ਪ੍ਰਚਾਰ ਬਹੁਤ ਕੀਤਾ। ਅੱਛਾ ਜੀ। ਅਸੀਂ ਲੰਚ ਕਰਾਤਾ, ਫਲਾਨਾ ਕਰਾਤਾ। ਅਸੀਂ ਹੁਣ ਰੋਟੀ ਵੀ ਆਪਦੀ ਖਾਵਾਂਗੇ ਜਿੰਨਾ ਚਿਰ ਜਿੱਤ ਨਹੀਂ ਜਾਂਦੇ। ਕੀ ਇਹ ਸਰਕਾਰ ਦੀ ਰੋਟੀ ਵੀ ਨਹੀਂ ਖਾਣੀ, ਨਾ ਚਾਹ ਪੀਣੀ, ਪਾਣੀ ਵੀ ਆਪਦਾ ਲਗੇ ਅਸੀਂ। ਲੰਗਰ ਮਤਲਬ ਸਾਰਾ ਬਾਹਰੋਂ ਆਇਆ? ਸਾਰਾ ਲੰਗਰ ਵੀ, ਪਾਣੀ ਵੀ ਤੇ ਚਾਹ ਵੀ। ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਛਕਾਇਆ? ਹਾਂ, ਉਹਨਾਂ ਨੂੰ ਵੀ ਖੁੱਲਾ ਖਾ ਲਓ, ਪਰ ਉਹ ਸ਼ਰਮ ਸਾਡੇ ਵਾਲਾ ਖਾਧਾ ਨਹੀਂ ਉਹਨਾਂ ਨੇ। ਉਹਨਾਂ ਨੂੰ ਇਹ ਸੀ ਕਿ ਇਸ ਵਾਰੀ ਉਹਨਾਂ ਦੀ ਭੰਡੀ ਪ੍ਰਚਾਰ ਨਾ ਹੋ ਜੇ। ਉਹਨਾਂ ਨੇ ਆਪਦਾ ਹੀ ਖਾਧਾ। ਅਸੀਂ ਇਹ ਵੀ ਸਾਡਾ ਕਹਿੰਦਾ ਸੀ ਉਹ ਗੁਰਦੁਆਰੇ ਦਾ ਲੰਗਰ ਸੀ, ਇਹ ਤਾਂ ਜਿਵੇਂ ਗੁਰੂ ਘਰ ਦਾ ਲੰਗਰ ਸੀ। ਗੁਰੂ ਘਰ ਦਾ ਤਾਂ ਉਹ ਖਾ ਸਕਦੇ ਸੀ, ਸਾਡਾ ਥੋੜ੍ਹਾ ਸੀ। ਗੁਰੂ ਘਰ ਦਾ ਲੰਗਰ ਸੀ। ਹਾਂ, ਉਹਨਾਂ ਵਾਲਾ ਜ਼ਰੂਰ ਨਹੀਂ ਖਾਧਾ। ਪਹਿਲਾਂ ਜਿਹੜੇ ਕਿਸਾਨ ਸੀ ਉਹ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ, ਆਪਣੇ ਸੂਬਿਆਂ ਦੇ ਵਿੱਚ ਰਹਿੰਦੇ ਸੀ, ਤੇ ਇਹ ਸੋਚਦੇ ਪਤਾ ਦਿੱਲੀ ਪਤਾ ਨਹੀਂ ਕੀ ਹੈਗਾ ਕਿ ਉੱਥੇ ਜਿਹੜੇ ਫੈਸਲੇ ਲਏ ਜਾਂਦੇ ਨੇ। ਇੱਥੇ ਅੱਜ ਤੁਸੀਂ ਕੇਂਦਰ ਦੇ ਮੰਤਰੀਆਂ ਦੇ ਅੱਗੇ ਬੈਠੇ ਸੀ, ਉਹ ਮੰਤਰੀ ਜਿਹੜੇ ਦੇਸ਼ ਦਾ ਕਾਨੂੰਨ ਬਣਾਉਂਦੇ ਨੇ ਤੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਮੰਤਰੀਆਂ ਦੇ ਨਾਲ ਜਦੋਂ ਤੁਸੀਂ ਬੈਠੇ ਤਾਂ ਕੀ ਫੀਲ ਕੀਤਾ ਕਿ ਜਿਹੜੇ ਸਾਹਮਣੇ ਬੰਦੇ ਬੈਠੇ ਨੇ ਉਹਨਾਂ ਦੇ ਵਿੱਚ ਕੀ ਖਾਸ ਗੱਲ ਨਜ਼ਰ ਆਈ? ਸਾਨੂੰ ਛੋਟੇ ਲੱਗੇ ਆ
ਅਸੀਂ 100 ਕਰੋੜ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਆ, ਉਹ ਪਤਾ ਨਹੀਂ 50,000 ਦੀ ਕਰਦੇ ਹੋਣਗੇ ਕਿ ਲੱਖ ਦੇ ਬੰਦੇ ਦੀ ਕਰਦੇ ਹੋਣ, 2 ਲੱਖ ਦੀ ਕਰਦੇ ਹੋਣ ਨੁਮਾਇੰਦਗੀ। ਅਸੀਂ 100 ਕਰੋੜ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਬੰਦੇ ਆ। ਸਾਨੂੰ ਕਿਉਂ ਫੀਲ ਹੋਵੇ ਵੀ ਅਸੀਂ ਛੋਟੇ ਆ ਜਾਂ ਵੱਡੇ, ਸਾਨੂੰ ਲੱਗਾ ਵੀ ਅਸੀਂ ਵੱਡੇ ਹੀ ਆ। ਕੀ ਤੇ ਮੌਕੇ ਕਿਤੇ ਇਤਿਹਾਸ ਕਦੇ ਹੀ ਆਉਂਦੇ ਆ ਜਦੋਂ ਹੈ ਵੀ ਜਿਵੇਂ ਕਿਸਾਨ ਤੇ ਯੁੱਧ ਲੱਗਾ ਹੋਵੇ ਸਰਕਾਰਾਂ 'ਚ। ਤੁਸੀਂ ਫਿਰ ਉਹਨਾਂ ਨੂੰ ਕਿਹਾ ਨਹੀਂ ਕੇਂਦਰੀ ਮੰਤਰੀਆਂ ਨੂੰ ਕਿ ਭਾਈ ਤੁਹਾਡੀਆਂ ਸ਼ਕਲਾਂ ਤਾਂ ਅਸੀਂ ਬਥੇਰੀ ਵਾਰੀ ਦੇਖ ਲਿਆ, ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਕਿ ਉਹ ਵੀ ਸਾਹਮਣੇ ਆ ਕੇ ਬੈਠਣ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਚਲੋ ਅਸੀਂ ਤਾਂ ਕਹਿੰਦੇ ਭਾਵੇਂ ਕੋਈ ਕਰ ਦੇਵੇ, ਐਲਾਨ ਕਰ ਦੇਵੇ, ਕੋਈ ਜ਼ਰੂਰੀ ਨਹੀਂ ਪ੍ਰਧਾਨ ਮੰਤਰੀ ਕਰੇ ਜਾਂ ਅਮਿਤ ਸ਼ਾਹ ਕਰੇ, ਸਾਡੇ ਤਾਂ ਖੇਤੀਬਾੜੀ ਮਿਨਿਸਟਰ ਕਰ ਦੇਵੇ, ਪਰ ਕਰਾਵਾਂਗੇ ਐਲਾਨ ਪੂਰੇ ਦਾ ਪੂਰੇ। 5 ਦਸੰਬਰ ਨੂੰ ਜਿਹੜੀ ਹੁਣ ਅਗਲੀ ਬੈਠਕ ਹੋਣੀ ਹੈ ਤੇ ਕੀ ਉਮੀਦਾਂ ਲੱਗ ਰਹੀਆਂ ਨੇ ਤੁਹਾਨੂੰ ਕਿ ਮਸਲਾ ਛੇਤੀ ਹੱਲ ਹੋਵੇਗਾ? ਦੇਖੋ ਹੁਣ ਤਾਂ ਜਿਵੇਂ ਮੀਟਿੰਗਾਂ ਦਾ ਵੀ ਲਗਾਤਾਰ ਹੁੰਦੇ ਰਹਿਣਾ ਸ਼ੱਕੀ ਜਿਹਾ ਹੋ ਗਿਆ ਵੀ ਬਾਰ-ਬਾਰ ਜਿਵੇਂ ਸਾਨੂੰ ਹਮਾਉਣਾ ਚਾਹੁੰਦੇ ਆ ਵੀ ਮੀਟਿੰਗਾਂ 'ਚ ਉੱਥੇ ਹੰਭ ਜਾਣਗੇ। ਹੁਣ 7 ਮੀਟਿੰਗ ਘੰਟੇ ਦੀ ਮੀਟਿੰਗ ਕਰਨ ਦਾ ਕੀ ਮਤਲਬ? ਘੰਟਾ 2 ਘੰਟੇ ਕਰੋ, ਗੱਲ ਕਰੋ, ਉਹ ਕੁਝ ਦੇਣਾ ਨਹੀਂ ਦੇਣਾ ਸਾਨੂੰ, ਜੇ ਨਹੀਂ ਦੇਣਾ ਤਾਂ ਕਿਦੋਂ ਨਹੀਂ ਦੇ ਸਕਦੇ। ਕੀ ਵੀ ਐਵੇਂ ਵਡੰਗਾ ਜਿਹਾ ਪਾ ਕੇ ਬੈਠੇ ਰਹਿਣਾ, ਇਹ ਕੋਈ ਗੱਲ ਥੋੜ੍ਹਾ। ਸੋ ਜਿਵੇਂ 5 ਦਸੰਬਰ ਨੂੰ ਤੁਸੀਂ ਕਿਹਾ ਕਿ ਦੇਸ਼ ਭਰ ਦੇ ਵਿੱਚ ਨਰਿੰਦਰ ਮੋਦੀ ਉਹਨਾਂ ਦੇ ਪੁਤਲੇ ਫੂਕੇ ਜਾਣਗੇ, ਕਾਰਪੋਰੇਟ ਘਰਾਣਿਆਂ ਦੇ ਅੰਬਾਨੀ ਅਡਾਨੀ ਦੇ ਪੁਤਲੇ ਫੂਕੇ ਜਾਣਗੇ, ਉਹ ਪ੍ਰੋਗਰਾਮ ਉਦੋਂ ਹੀ ਚੱਲੂਗਾ? ਪੰਜਾਬ ਸਾਡੇ ਨਾਲ ਹੈ, ਅਰਜਨ ਅਵਾਰਡ, ਦੂਜੇ ਅਵਾਰਡ ਅਗਲੇ ਮੱਥੇ 'ਚ ਮਾਰ ਰਿਹਾ ਸਰਕਾਰਾਂ ਦੇ। ਹੁਣ ਤਾਂ ਦੇਸ਼ ਵੀ ਤੁਹਾਡੇ ਨਾਲ ਹੈ, ਦੇਸ਼ ਵੀ ਨਾਲ ਹੈ। ਮੈਂ ਕਹਿੰਦਾ ਇਹੋ ਜਿਹਾ ਮੌਕੇ ਤੇ ਜਿਵੇਂ ਕਹਿੰਦੇ ਹੁੰਦੇ ਮਸਾਂ ਕਿਤੇ ਗੁਰੂ ਨੇ ਦਿੱਤਾ ਸਾਨੂੰ, ਵੀ ਜਿਹਦੀ ਅਗਵਾਈ ਅਸੀਂ ਕਰ ਰਹੇ ਹਾਂ ਐਡੇ ਵੱਡੇ ਮੋਰਚੇ ਦੀ। ਇਹ ਮੋਰਚਾ ਦੇਖੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਸਾਡੇ ਨਾਲ ਹੈ, ਉੱਥੋਂ ਦੀ ਸਰਕਾਰ ਸਾਡੇ ਨਾਲ ਹੈ, ਅਮਰੀਕਾ 'ਚ ਐਮਬੈਸੀ ਘੇਰੀ ਵੀ ਹੈ, 25,000 ਟਰੈਕਟਰ ਜਰਮਨ ਦੀ ਰਾਜਧਾਨੀ 'ਚ ਅੰਗਰੇਜ਼ਾਂ ਨੇ ਸਾਡੇ ਹੱਕ 'ਚ ਬਰਲਿਨ ਦੀ ਰਾਜਧਾਨੀ 'ਚ ਫੇਰ ਰਹੇ ਆ। ਹੁਣ ਸਾਨੂੰ ਕੀ ਪਰਵਾਹ? ਹੁਣ ਤਾਂ ਕੈਨੇਡਾ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਤੁਹਾਡੇ ਨਾਲ ਹੈ ਜੀ? ਨਾਲ ਹੈ ਜੀ, ਨਾਲ, ਬਿਲਕੁਲ ਨਾਲ। ਸੋ ਜਿਸ ਤਰੀਕੇ ਨਾਲ ਕੌਮਾਂਤਰੀ ਆਗੂ ਲਗਾਤਾਰ ਸਾਰੇ ਨਾਲ ਹੈ, ਸਾਰਾ ਪੰਜਾਬ ਨਾਲ, ਆਪੋਜੀਸ਼ਨ ਨਾਲ, ਸਰਕਾਰ ਨਾਲ, ਦੇਸ਼ ਨਾਲ। ਐਨਆਰਆਈਜ਼ ਬੜੇ ਖੁਸ਼ ਹੈਗੇ ਨੇ ਜਿਸ ਤਰੀਕੇ ਨਾਲ ਕਿਸਾਨ ਆਗੂਆਂ ਨੇ ਫੈਸਲੇ ਲਏ ਨੇ, ਹੁਣ ਤੱਕ ਡਟੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਨੂੰ ਇੰਨਾ ਲੰਮਾ ਤੱਕ ਲੈ ਕੇ ਆਉਣਾ ਵੀ ਇੱਕ ਆਪਣੇ ਆਪ 'ਚ ਵੱਡੀ ਕਾਮਯਾਬੀ ਹੈਗੀ ਹੈ। ਸੋ ਜੇ ਇਹ ਅੰਦੋਲਨ ਹੋਰ ਲੰਮਾ ਚੱਲਦਾ ਹੈ ਤੇ ਉਸ ਲਈ ਵੀ ਪੂਰੀਆਂ ਤਿਆਰੀਆਂ। ਕਈ ਲੋਕਾਂ ਨੇ ਸਾਡੀ ਮੈਚੁਰਿਟੀ ਦੇ ਸਵਾਲ ਉਠਾਏ ਸੀ, ਕਈਆਂ ਨੇ ਸਾਨੂੰ ਵਿਕਣ ਵਾਲੇ ਵੀ ਕਿਹਾ ਸੀ ਵੀ ਯੂਨੀਅਨਾਂ ਦੇ ਲੀਡਰ ਵਿਕ ਜਾਂਦੇ ਆ। ਅਸੀਂ ਆਪਦੀ ਪੂਰੀ ਤਨਦੇਹੀ ਦੇ ਨਾਲ ਵਧੀਆ ਤੋਂ ਵਧੀਆ ਜਿਵੇਂ ਠੀਕ ਤੋਂ ਠੀਕ ਫੈਸਲੇ ਲਏ ਆ, ਤੇ ਇਸ ਲਈ ਅਸੀਂ ਸਾਰੇ ਅੱਜ ਤਾਂ ਅਸੀਂ ਵੜ ਲਈ ਜ਼ਿੰਮੇਵਾਰ ਹਾਂ। ਜੇ ਕੋਈ ਮਾੜਾ ਤਿਰਕਣ ਵਾਲਾ ਫੈਸਲਾ ਲੈ ਜਾਵਾਂਗੇ ਤੇ ਮੈਨੂੰ ਨਹੀਂ ਲੱਗਦਾ ਅਸੀਂ ਤਿਰਕਣ ਵਾਲਾ ਫੈਸਲਾ ਲਵਾਂਗੇ। ਮੀਟਿੰਗ ਦੇ ਅੰਦਰ ਦੂਜੇ ਸੂਬਿਆਂ ਦੀਆਂ ਵੀ ਕਿਸਾਨਾਂ ਦੇ ਜਿਹੜੇ ਆਗੂ ਆਏ ਸੀ ਉਹਨਾਂ ਦੀ ਵੀ ਗੱਲਾਂ ਬਾਤਾਂ ਸੁਣੀਆਂ ਗਈਆਂ? ਉਹਨਾਂ ਦੀਆਂ ਵੀ ਆ, ਲਗਭਗ ਸਾਰੇ ਕਿਸਾਨ ਵਾਪਸ ਕਰਾਉਣਾ ਚਾਹੁੰਦੇ ਆ। ਜੀ ਜੀ, ਨਹੀਂ ਉਹਨਾਂ ਦੀ ਗੱਲਾਂ ਬਾਤਾਂ ਅੰਦਰ ਸੁਣੀਆਂ ਗਈਆਂ, ਉਹਨਾਂ ਨੇ ਕੀ ਇਤਰਾਜ਼ ਜ਼ਾਹਰ ਕੀਤੇ? ਉਹ ਵੀ ਇਹੀ ਜੋ ਅਸੀਂ ਰੱਖਿਆ ਹੀ ਉਹਨਾਂ ਨੇ ਰੱਖਿਆ। ਹਾਂ, ਸੋ 2 ਸ਼ਬਦਾਂ ਦੇ ਵਿੱਚ ਜੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਕੁਝ ਕਹਿਣਾ ਹੋਵੇ ਤਾਂ ਕੀ ਕਹੋਗੇ? ਮੈਂ ਤਾਂ ਕਹਿੰਦਾ ਵੀ ਜਿਆਦਾ ਭੰਡੀ ਪ੍ਰਚਾਰ ਆਪਦਾ ਨਾ ਕਰਵਾਵੇ, ਛੇਤੀ ਨਿਬੇੜ ਦੇਵੇ। ਨਹੀਂ, ਉਹਨੇ 2 ਗੱਲਾਂ ਹੋਣੀਆਂ, ਗੰਡੇ ਵੀ ਖਾ ਲੈਣੇ ਤੇ ਛਿੱਤਰ ਵੀ ਖਾ ਲੈਣੇ। ਸੋ ਨਿਰਵੈਰ ਸਿੰਘ ਜੀ ਕਿਸਾਨ ਆਗੂ, ਉਹਨਾਂ ਦਾ ਕਹਿਣਾ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਹੈਗੀ ਹੈ ਉਹਦੇ ਵਿੱਚ ਕਿਸਾਨਾਂ ਨੇ ਆਪਣੇ ਇਤਰਾਜ਼ ਰੱਖੇ ਸੀ, ਪਰ ਇਹ ਮੀਟਿੰਗ ਹੁਣ ਅੱਗੇ 5 ਦਸੰਬਰ ਨੂੰ ਦੁਬਾਰਾ ਸੱਦੀ ਗਈ ਹੈਗੀ ਹੈ ਤੇ ਹਾਲੇ ਤੱਕ ਜਿਹੜੀ ਕੇਂਦਰ ਦਾ ਰਵੱਈਆ ਹੈਗਾ ਉਹ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾ ਰਿਹਾ ਹੈ, ਪਰ ਅਮੈਂਡਮੈਂਟ ਉਹ ਕਹਿੰਦਾ ਕਿਸੇ ਅਮੈਂਡਮੈਂਟ ਕਰਨ ਲਈ ਰਾਜ਼ੀ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖੇਤੀ ਕਾਨੂੰਨ ਤਾਂ ਰੱਦ ਕਰਵਾਉਣ ਆਏ ਹਾਂ, ਕਿੰਨੀਆਂ ਕਿ ਤੁਸੀਂ ਅਮੈਂਡਮੈਂਟ ਕਰਾਓਗੇ, ਇਹਦੇ ਵਿੱਚ ਖਾਮੀਆਂ ਹੀ ਬਹੁਤ ਜ਼ਿਆਦਾ ਹੈਗੀਆਂ ਨੇ। ਸੋ ਕਿਸਾਨ ਆਗੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਵੀ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਕਿ ਤੁਸੀਂ ਮਸਲੇ ਦਾ ਛੇਤੀ ਹੱਲ ਲੱਭੋ, ਹੋਰ ਕਿੰਨੀ ਕੁ ਤੁਸੀਂ ਭੰਡੀ ਕਰਵਾਓਗੇ। ਸੋ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਅਮਨ ਮੋਹਨ ਮੁਜਾਲ ਦੀ ਰਿਪੋਰਟ, ਹਮਦਰਦ ਟੀਵੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।